ਨਾਸ਼ ਹਰ ਗੋਬਿੰਦ ਸ਼ੁਭ ਮਤ ਪਰਕਾ ਸ਼੍ਰੀ ਹਰਿ ਰਾਏ ਕਰ ਜੋ ਨਮੋ ਕਰ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰ ਜੀ ਪਰਮ ਸ਼੍ਰੀ ਗੁਰੂ ਗੋਬਿੰਦ ਧਰੋ ਧਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਬੰਦਾ ਬਾਰੰਬਾਰ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਇਤੇ ਮਾਤਰ ਮੈਂ ਖੁੱਲੇ ਬਿਲੋਚਨ ਲਖ ਸੁਪਨੇ ਕੋ ਕਰਬੋ ਸੋਚਨ ਪੋਰ ਓਤ ਲੋ ਦਿੜ ਬੈਰਾਗਾ ਭਇਓ ਹਿਰਦੈ ਨਿਜ ਕੁਟੰਬ ਤਿਆਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਹਿਬ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਗੁਰਦੇਵ ਜੀ ਕੇ ਪਾਵਨ ਮੁਬਾਰਕ ਸਥਾਨ ਚਰਨ ਛੋਹ ਧਰਤੀ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਜੀ ਵਿਖੇ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਅਦਬ ਅਕੀਦਤ ਨਾਲ ਸਾਹਿਬ ਜੀ ਦੇ ਘਰ ਨਮਸਕਾਰ ਕਰਕੇ ਪਾਵਨ ਪਵਿੱਤਰ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਮੁਬਾਰਕ ਜੀਵਨ ਦੀ ਪਵਿੱਤਰ ਕਥਾ ਸਰਵਣ ਕਰ ਰਹੇ ਹਾਂ। ਸਾਧ ਸੰਗਤ ਜੀਓ, ਜਿੱਥੇ ਕੱਲ੍ਹ ਦਿਆਂ ਦੀਵਾਨਾਂ ਦੌਰਾਨ ਕਥਾ ਵਿਚਾਰ ਸੰਪੰਨ ਹੋਈ ਸੀ, ਲੜੀਵਾਰ ਪਾਵਨ ਕਥਾ ਪ੍ਰਾਰੰਭ ਕਰੀਏ। ਐਸੇ ਇੱਕ ਮਹਾਨ ਗੁਰੂ ਕੇ ਸਿੱਖ ਸਾਧੂ ਸੰਤ ਜੀ ਦਾ ਪ੍ਰਕਰਨ ਕੱਲ ਆਰੰਭ ਹੋਇਆ ਹੈ, ਜਿਨ੍ਹਾਂ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀਆਂ ਨੇ ਆਪਣੀਆਂ ਵਾਰਾਂ ਦੇ ਅੰਦਰ ਕੀਤਾ ਹੈ। 11ਵੀਂ ਵਾਰ ਦੇ ਅੰਦਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਇਸ ਮਹਾਨ ਗੁਰੂ ਕੇ ਸਿੱਖ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਓ ਕੇ ਇਸ ਸਿੱਖ ਭਾਈ ਭਗੀਰਥ ਜੀ ਜੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਜਿਨ੍ਹਾਂ ਦਾ ਆਉਣ ਦਾ ਸਬੱਬ ਬਣਿਆ, ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਕੁੱਲਾ ਭੁੱਲਾ ਝੰਜੀਆ ਸੋਇਨੇ ਭਗੀਰਥ ਸਚਿਆਰਾ, ਕਿ ਭਾਈ ਭਗੀਰਥ ਜੀ ਇੱਕ ਉੱਚੇ ਆਚਰਨ ਵਾਲੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੇ ਅਨੰਨ ਸਿੱਖ ਹੋਏ ਹਨ,
ਜਿੱਥੇ ਹੋਰ ਵੀ ਸਤਿਕਾਰਯੋਗ ਗੁਰੂ ਕੇ ਸਿੱਖਾਂ ਦਾ ਨਾਮ ਅੰਕਿਤ ਕੀਤਾ। ਭਾਈ ਗੁਰਦਾਸ ਸਾਹਿਬ ਜੀਆਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀਓ ਕੇ ਵੇਲੇ ਦੇ ਜਿਹੜੇ ਮਹਾਨ ਸਿੱਖ ਹਨ, ਉਸ ਮਾਲਾ ਦੇ ਅੰਦਰ ਭਾਈ ਭਗੀਰਥ ਜੀ ਦਾ ਵੀ ਨਾਮ ਪਰੋਇਆ ਗਿਆ ਹੈ। ਭਾਈ ਭਗੀਰਥ ਜੀ ਦਾ ਕਿਸ ਤਰ੍ਹਾਂ ਆਉਣਾ ਹੋਇਆ? ਮਲਸੀਆਂ ਜੋ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਨਜ਼ਦੀਕ ਹੀ ਇੱਕ ਨਗਰ ਹੈ, ਲਗਭਗ 30-35 ਕਿਲੋਮੀਟਰ ਦੇ ਕਰੀਬ ਸੁਲਤਾਨਪੁਰ ਲੋਧੀ ਦੇ ਮੁਬਾਰਕ ਸਥਾਨ ਤੋਂ ਮਲਸੀਆਂ ਹੈ। ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਨੇ ਮੋਦੀ ਦੀ ਉੱਥੇ ਕਿਰਤ ਕੀਤੀ। ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵੇਈਂ ਦੇ ਨਦੀ ਦੇ ਕਿਨਾਰੇ ਉੱਥੇ ਅੰਮ੍ਰਿਤ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਚੁੱਭੀ ਲਾਉਂਦੇ ਨੇ। ਹੌਲੀ ਹੌਲੀ ਗੁਰੂ ਕੇ ਸਿੱਖ ਇਕੱਤਰ ਹੋਣ ਲੱਗੇ ਹਨ। ਅੰਮ੍ਰਿਤ ਵੇਲੇ ਮਹਾਰਾਜ ਜੀਆਂ ਨੇ ਸਤਸੰਗ ਕਰਨਾ, ਦਿਨ ਦੇ ਵੇਲੇ ਗੁਰਦੇਵ ਜੀਆਂ ਨੇ ਕਿਰਤ ਕਰਨੀ ਹੈ। ਰੋਜ਼ਾਨਾ ਦਾ ਇੱਕ ਨੇਮ ਚੱਲਿਆ ਸੁਲਤਾਨਪੁਰ ਲੋਧੀ ਦੇ ਮੁਬਾਰਕ ਸਥਾਨ ਤੇ। ਇਉਂ ਕਹਿ ਲਿਆ ਜਾਵੇ ਇੱਕ ਸਾਧੂ ਮੰਡਲੀ ਜੁੜਨੀ ਸ਼ੁਰੂ ਹੋ ਗਈ। ਉੱਥੇ ਕਰਤਾਰ ਦਾ ਭਜਨ ਕਰਨਾ, ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸੰਗਤਾਂ ਨੇ ਨਾਲ ਜੁੜਨਾ। ਉੱਥੇ ਵਾਹਿਗੁਰੂ ਵਾਹਿਗੁਰੂ ਸਿਮਰਨ, ਸਤ ਕਰਤਾਰ ਦਾ ਨਾਮ ਸਿਮਰਨ ਅਭਿਆਸ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਹੋਣ ਲੱਗਾ ਹੈ। ਨਜ਼ਦੀਕ ਸੀ ਨਗਰ ਮਲਸੀਆਂ। ਭਾਈ ਭਗੀਰਥ ਜੀ ਇਸ ਤੋਂ ਪਹਿਲਾਂ ਕਾਲੀ ਦੇ ਉਪਾਸ਼ਕ ਸਨ। ਨੇਮ ਸਹਿਤ ਉਹਨਾਂ ਨੇ ਆਪਣਾ ਉਸ ਪਾਸੇ ਨੇਮ ਨਿਭਾਉਣਾ, ਅੰਦਰ ਨੂੰ ਸ਼ਾਂਤੀ ਨਾ ਆਈ। ਇੱਕ ਰਾਤ ਸੁੱਤੇ ਸੁਨੇਹਾ ਮਿਲਿਆ ਵੀ ਤੂੰ ਭਟਕਦਾ ਕਿਉਂ ਹੈ? ਆ ਤੇਰੇ ਨਜ਼ਦੀਕ ਹੀ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ, ਜਗਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਜਗਤ ਦੇ ਗੁਰੂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਕਿਰਤ ਕਰ ਰਹੇ ਨੇ, ਉਹਨਾਂ ਦੇ ਚਰਨੀ ਜੁੜ। ਇਹ ਸੁਨੇਹਾ ਮਿਲਿਆ। ਸੁਪਨੇ ਦੇ ਅੰਦਰ ਹੀ ਜਿਵੇਂ ਸੁਨੇਹਾ ਮਿਲ ਗਿਆ ਹੋਵੇ, ਕਿਉਂਕਿ ਸੁਪਨਾ ਵੀ ਉਸੇ ਦਾ ਆਏਗਾ ਨਾ ਜਿਹੜਾ ਦਿਨ ਦੇ ਸਮੇਂ ਬੰਦਾ ਆਪਣਾ ਤਸਵੀਰ ਖਿੱਚੇਗਾ। ਜੇ ਇਉਂ ਕਹਿ ਲਿਆ ਜਾਵੇ ਵੀ ਹੇ ਭਾਈ ਮੈਨੂੰ ਤਾਂ ਕੋਈ ਸੁਪਨਾ ਆਇਆ ਨਹੀਂ ਨਾਮ ਸਿਮਰਨ ਅਭਿਆਸ ਦੇ ਸੰਬੰਧ ਵਿੱਚ, ਤੇ ਭਾਈ ਨਾਮ ਸਿਮਰਨ ਜੇ ਦਿਨ ਦੇ ਅੰਦਰ ਬੰਦਾ ਸੋਚੇਗਾ ਤਾਂ ਹੀ ਤਾਂ ਜਿਹੜੀ ਅੰਦਰ ਦੀ ਇੱਕ ਚੇਟਕ ਹੋਵੇਗੀ, ਵਿਚਾਰ ਵੀ ਤਾਂ ਉੱਦਾਂ ਦੇ ਬਣਨਗੇ। ਸੋ ਭਾਈ ਭਗੀਰਥ ਜੀ ਜਗਿਆਸੂ ਨੇ। ਮੰਜ਼ਿਲ ਨਹੀਂ ਮਿਲੀ, ਉਹ ਇੱਕ ਵੱਖਰੀ ਗੱਲ ਹੈ ਵੀ ਥਾਂ ਪਰ ਥਾਂ ਜਾ ਰਹੇ ਨੇ ਪਰ ਮੰਜ਼ਿਲ ਨਹੀਂ ਮਿਲੀ, ਰਸਤਾ ਨਹੀਂ ਮਿਲਿਆ, ਪਰ ਜਗਿਆਸੂ ਟੁਰੇ ਹੋਏ ਨੇ ਉਸ ਰਸਤੇ ਤੇ। ਸੁਨੇਹਾ ਮਿਲਿਆ ਸੁਪਨੇ ਦੇ ਅੰਦਰ, ਮਨ ਦੇ ਅੰਦਰ ਵੈਰਾਗ ਜਾਗਿਆ। ਬਸ ਸੁਣਦਿਆਂ ਸਾਰ ਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਸੋਏ ਮਿਲੀ, ਖਬਰ ਮਿਲੀ। ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪਤਾ ਮਿਲਿਆ। ਭਾਈ ਭਗੀਰਥ ਜੀ ਜਿਸ ਪ੍ਰਕਾਰ ਤੁਰਦੇ ਹਨ, ਸਾਧ ਸੰਗਤ ਜੀਓ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨੀ ਆਣ ਕੇ ਪੈਂਦੇ ਹਨ। ਉਹ ਵਾਲੇ ਪ੍ਰਸੰਗ ਅੱਜ ਆਪਾਂ ਸਰਵਣ ਕਰਾਂਗੇ। ਮਨ ਬਿਰਤੀਆਂ ਇਕਾਗਰ ਕਰਦਿਆਂ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇਤੇ ਮਾਤਰ ਮੈਂ ਖੁੱਲੇ ਬਿਲੋਚਨ। ਸੁਨੇਹਾ ਮਿਲਿਆ ਇੰਨੇ ਨੂੰ ਭਾਈ ਭਗੀਰਥ ਜੀਆਂ ਨੇ ਆਪਣੀਆਂ ਅੱਖਾਂ ਖੋਲੀਆਂ। ਲੱਖ ਸੁਪਨੇ ਕੋ ਕਰ ਬਹੁ ਸੋਚਨ। ਔਰ ਜੋ ਸੁਪਨੇ ਅੰਦਰ ਹੁਣ ਸੁਨੇਹਾ ਮਿਲਿਆ ਉਸੇ ਸੁਪਨੇ ਨੂੰ ਸੋਚਦਿਆਂ ਹੋਇਆਂ ਭੋਰ ਹੋਤ ਲੋ ਦਿੜ ਬੈਰਾਗਾ। ਦਿਨ ਹੋਣ ਤੱਕ ਸਾਧ ਸੰਗਤ ਜੀਓ ਮਨੇ ਮਨ ਵਿਚਾਰ ਕਰਦਿਆਂ ਮਨ ਨੇ ਬੜਾ ਇੱਕ ਵੈਰਾਗ ਖਾਧਾ। ਭਇਓ ਹਿਰਦੈ ਨਿਜ ਕੁਟੰਬ ਤਿਆਗਾ। ਬਸ ਹਿਰਦੇ ਦੇ ਅੰਦਰ ਉਹੋ ਹੀ ਇੱਕ ਚਾਹਨਾ ਲੈ ਕਰਕੇ ਆਪਣੇ ਪਰਿਵਾਰ ਨੂੰ, ਭਾਵ ਸੁੱਤਿਆਂ ਨੂੰ ਹੀ ਉਸ ਵਕਤ ਛੱਡ ਕਰਕੇ ਗ੍ਰਾਮ ਚੌਧਰਤਾ ਆਦ ਵਿਭੂਤੀ। ਕਿਉਂਕਿ ਨਗਰ ਦਾ ਮੁਖੀਆ ਸੀ, ਜਿੰਨੀ ਵੀ ਕੋਈ ਧਨ ਸੰਪਦਾ ਵਿਭੂਤੀ ਆਦ ਸੀ, ਤਜ ਗਮਨਿਓ ਅਤਿਸ਼ੈ ਮਤ ਪੂਤੀ। ਔਰ ਸੁਸ਼ੀਲ ਮਤ ਵਾਲਾ ਸਭ ਕੁਝ ਤਿਆਗ ਕਰਕੇ ਰੋਕ ਰਹੇ ਨਰ ਰੁਕਤ ਨ ਕੈਸੀ। ਜਿਵੇਂ ਕੋਲੋਂ ਕੋਈ ਰੋਕਦਾ ਹੋਵੇ ਬਈ ਦੱਸ ਤੂੰ ਤੁਰ ਕਿੱਧਰ ਚੱਲਾ ਹੈ,
ਜਾ ਤੂੰ ਕਿਸ ਪਾਸੇ ਰਿਹਾ ਹੈ, ਪਰ ਭਾਈ ਭਗੀਰਥ ਜੀ ਨਹੀਂ ਰੁਕੇ। ਪ੍ਰੇਮ ਪ੍ਰਵਾਹ ਬਯੋ ਹੜ ਜੈਸੇ। ਔਰ ਜਿਸ ਪ੍ਰਕਾਰ ਕੋਈ ਹੜ੍ਹ ਦਾ ਪਾਣੀ ਨਾ ਰੁਕੇ, ਪ੍ਰੇਮ ਪ੍ਰਵਾਹ ਸਾਧ ਸੰਗਤ ਜੀਓ ਇਸੇ ਤਰ੍ਹਾਂ ਭਾਈ ਭਗੀਰਥ ਜੀਆਂ ਦੇ ਅੰਦਰ ਪੈਦਾ ਹੋਇਆ। ਔਰ ਇਹ ਪ੍ਰੇਮ ਪ੍ਰਵਾਹ ਕਿਸੇ ਦੇ ਵੀ ਰੋਕਿਆ ਨਾ ਰੁਕਿਆ। ਆਵਾ ਪੁਰ ਸੁਲਤਾਨੇ ਤੂਰਨ। ਬਸ ਉਸੇ ਵਕਤ ਹੀ ਸੁਲਤਾਨਪੁਰ ਲੋਧੀ ਦੇ ਮੁਬਾਰਕ ਸਥਾਨ ਤੇ, ਉਸ ਸਥਾਨ ਤੇ ਭਾਈ ਭਗੀਰਥ ਜੀ ਪਹੁੰਚ ਗਏ। ਪ੍ਰੇਮ ਸੰਗ ਹਿਰਦਾ ਪਰਿਪੂਰਨ। ਜਿਨ੍ਹਾਂ ਦਾ ਹਿਰਦਾ ਪ੍ਰੇਮ ਸਹਿਤ ਭਰਪੂਰਨ ਕਈਏ ਭਰਿਆ ਹੋਇਆ ਹੈ, ਲਬਾ ਲਬ। ਜੈ ਆਪਨ ਪਰ ਜਾਚਕ ਪੀਰਾ। ਔਰ ਜਿਸ ਥਾਂ ਤੇ ਹੱਟੀ ਦੇ ਉੱਪਰ ਆਪਣ ਤੇ ਆਣ ਕਰਕੇ ਭੀੜ ਲੱਗੀ ਹੋਈ ਹੈ, ਆਣ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਮੋਦੀਖਾਨੇ ਦੇ ਬਾਹਰ ਸੰਗਤਾਂ ਲੋੜਵੰਦ ਰਾਸ਼ਨ ਲੈ ਰਹੇ ਨੇ, ਕੋਈ ਪੈਸੇ ਸਹਿਤ ਲੈ ਰਹੇ ਨੇ, ਕੋਈ ਬਿਨਾਂ ਪੈਸੇ ਤੋਂ ਲੈ ਰਹੇ ਨੇ। ਜਿਹੜੇ ਲੋੜਵੰਦ ਆਣ ਕੇ ਉੱਥੇ ਆਣ ਕੇ ਤੱਕਿਆ, ਦਰਸ਼ਨ ਹੇਤੇ ਹੋਤੇ ਅਤੀਰਾ। ਬਸ ਦੀਦਾਰ ਪਾਉਂਦਿਆਂ ਮਹਾਰਾਜ ਜੀਆਂ ਦੇ ਹਿਰਦੇ ਅੰਦਰ ਚਾਹਨਾ ਸੀ ਕਿ ਮਹਾਰਾਜ ਜੀ ਦੇ ਦੀਦਾਰ ਪਾਵਾਂ। ਪਗ ਪਰ ਰਿਓ ਦੰਡ ਸਮਾਨਾ। ਜਦੋਂ ਵਾਰੀ ਆਈ ਇਹਨਾਂ ਦੀ ਭਾਈ ਭਗੀਰਥ ਜੀਆਂ ਦੀ, ਡੰਡੌਤ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨੀ ਟਹਿ ਕੇ। ਪਹਿਲੀ ਵਾਰ ਦੀਦਾਰ ਕੀਤੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨੀ ਢਹਿ ਪਏ। ਵਿਆਕੁਲ ਭਾ ਤਨ ਸੁਧ ਬਿਸਰਾਨਾ। ਔਰ ਸਭ ਕੁਝ ਆਪਣੇ ਸਰੀਰ ਦੀ ਭਾਈ ਭਗੀਰਥ ਜੀਆਂ ਨੂੰ ਸੁਧ ਭੁੱਲ ਗਏ। ਸਭ ਬਿਰਤਾਂਤ ਲਖ ਕਰ ਜਗਨਾਥਾ। ਜਗਤ ਦੇ ਨਾਥ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਘਟ ਘਟ ਦੀਆਂ ਜਾਣਨ ਹਾਰੇ ਨੇ, ਜਾਣਦੇ ਨੇ ਵੀ ਇਹ ਸੱਜਣ ਕੌਣ ਆਇਆ ਹੈ, ਕਿੱਥੋਂ ਆਇਆ ਹੈ, ਕੈਸੀ ਭਾਵਨਾ ਲੈ ਕੇ ਆਇਆ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਘਟ ਘਟ ਦੀਆਂ ਜਾਣਨ ਹਾਰੇ, ਭਾਵੇਂ ਅਰਦਾਸ ਵਿੱਚ ਕੋਈ ਵੀ ਸ਼ਬਦ ਕਹਿ ਦਈਏ, ਪਾਪ ਪੁੰਨ ਦੋਇ ਸਾਖੀ ਪਾਸ, ਕਿਆ ਮੂੰਹ ਲੈ ਕੀਚਾ ਅਰਦਾਸ। ਮਹਾਰਾਜ ਕਹਿੰਦੇ ਪਾਪ ਪੁੰਨ ਦੋਇ ਸਾਖੀ ਪਾਸ। ਮਹਾਰਾਜ ਮੇਰਾ ਵਹੀ ਖਾਤਾ ਤਾਂ ਤੁਹਾਡੇ ਕੋਲ ਹੈ, ਹੁਣ ਮੈਂ ਆਪਣੇ ਕੋਲੋਂ ਸ਼ਬਦਾਵਲੀ ਜੋ ਮਰਜ਼ੀ ਬਣਾ ਕੇ ਬਣਾਈ ਜਾਵਾਂ, ਮਾਲਕਾ ਤੁਸੀਂ ਤਾਂ ਜਾਣਦੇ ਹੋ ਨਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਗਨਨਾਥ ਜਗਤ ਦੇ ਕਰਤਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਭ ਕੁਝ ਜਾਣਦੇ ਹੋਏ ਹਾਥ ਛੁਹਾਇਓ ਮਾਥੇ ਸਾਥਾ। ਔਰ ਭਾਈ ਭਗੀਰਥ ਜੀਆਂ ਦੇ ਮੱਥੇ ਦੇ ਉੱਪਰ ਹੱਥ ਰੱਖਿਆ। ਭੁਜਾ ਪਕੜ ਕੇ ਬੌਰ ਬਿਠਾਇਓ। ਸ਼ਹਿਨਸ਼ਾਹ ਜੀਆਂ ਨੇ ਬਾਹਾਂ ਤੋਂ ਪਕੜ ਕੇ ਮੂੰਡ ਪਲੋਸਿਆ, ਭਾਈ ਭਗੀਰਥ ਜੀਆਂ ਨੂੰ ਕੋਲ ਬਿਠਾਇਆ। ਸ਼੍ਰੀ ਮੁਖ ਕੋਮਲ ਵਾਕੇ ਅਲਾਇਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਮੁਬਾਰਕ ਰਸਨਾ ਤੋਂ ਸ਼ਬਦ ਕਹੇ। ਕੌਣ ਮਨੋਰਥ ਕਹਤੇ ਆਵਾ। ਸੱਜਣਾ ਵੀ ਕੀ ਮਨੋਰਥ ਹੈ ਤੇਰਾ, ਕਿਹੜੀ ਥਾਂ ਤੋਂ ਤੁਸੀਂ ਆਏ ਹੋ। ਚਇਓ ਸੋਦਿਓ ਕਹੋ ਮਨ ਪਾਵਾ। ਦੱਸੋ ਭਾਈ ਕੀ ਹੈ ਮਨੋਰਥ, ਕੀ ਤੁਹਾਡੀ ਅੰਦਰ ਦੀ ਚਾਹਨਾ ਹੈ, ਅਸੀਂ ਉਹ ਪੂਰੀ ਕਰ ਦਈਏ। ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਇਹਨਾਂ ਦਿਨਾਂ ਦੇ ਅੰਦਰ ਮੋਦੀਖਾਨੇ ਤੇ ਆਣ ਕੇ ਲੋੜਵੰਦ ਕੋਈ ਰਾਸ਼ਨ ਲੈ ਰਿਹਾ, ਕਿਸੇ ਨੇ ਕੋਈ ਬੇਨਤੀ ਕਰਨੀ, ਕਿਸੇ ਨੇ ਕੋਈ ਬੇਨਤੀ ਕਰਨੀ। ਮਹਾਰਾਜ ਕਹਿੰਦੇ ਭਾਈ ਹੋ ਸਕਦਾ ਤੂੰ ਵੀ ਉਸੇ ਭੀੜ ਵਿੱਚ ਆਇਆ ਹੋਵੇਂ। ਇਹ ਭਾਈ ਦੱਸ ਖਾਂ ਕੀ ਤੇਰੀ ਲੋੜ, ਕੀ ਚਾਹਨਾ ਹੈ। ਸੁਨਤ ਭਗੀਰਥ ਬੋਲਿਓ ਬਾਣੀ। ਭਾਈ ਭਗੀਰਥ ਜੀ ਉਸ ਵਕਤ ਬਚਨ ਕਰਦੇ ਹਨ, ਸਭ ਜਾਣ ਤੋ ਤੁਮ ਗੁਣ ਖਾਨੀ। ਹੇ ਗੁਣਾਂ ਦੀ ਖਾਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪ ਘਟ ਘਟ ਦੀਆਂ ਜਾਣਨ ਹਾਰੇ ਹੋ। ਤਦਪ ਕਹੋ ਬੂਝਨ ਅਨੁਸਾਰੀ। ਜੇ ਫਿਰ ਵੀ ਸਤਿਗੁਰੂ ਜੀ ਆਪ ਜੀ ਪੁੱਛਦੇ ਹੋ ਤਾਂ ਮੈਂ ਆਪਣਾ ਆਪ ਬਾਬਤ ਦੱਸਦਾ ਹਾਂ। ਰਹਿਓ ਚੈਤੋਂ ਸ਼ਰਨ ਤੁਮਾਰੀ। ਤਾਂ ਮੰਗ ਮੇਰੀ ਇਹੋ ਹੈ, ਬੇਨਤੀ ਮੇਰੀ ਇਹੋ ਹੈ ਕਿ ਮੈਂ ਆਪ ਜੀ ਦੀ ਸ਼ਰਨ ਵਿੱਚ ਰਹਿਣਾ ਚਾਹੁੰਦਾ ਹਾਂ। ਗ੍ਰਾਮ ਮਲਸੀਆਂ ਮੈਂ ਧਾਮਾ। ਮੇਰਾ ਘਰ ਮਲਸੀਆਂ ਪਿੰਡ ਦੇ ਅੰਦਰ ਹੈ। ਅੱਜ ਵੀ ਨਗਰ ਉਸੇ ਥਾਂ ਸੋਹਣਾ ਵਸਦਾ ਹੈ। ਮਹਾਰਾਜ ਇੱਛਾ ਹੈ, ਮਲਸੀਆਂ ਮੇਰਾ ਪਿੰਡ ਹੈ,
ਰਹਿਣਾ ਮੈਂ ਤੁਹਾਡੀ ਸ਼ਰਨ ਵਿੱਚ ਚਾਹੁੰਦਾ ਹਾਂ। ਕਰੋ ਉਪਾਸਨਾ ਕਾਲੀ ਨਾਮਾ। ਪਹਿਲਾਂ ਮੈਂ ਜਿਹੜੀ ਉਪਾਸਨਾ ਕਰਦਾ ਰਿਹਾ ਹਾਂ, ਮਾਤ ਕਾਲੀ ਦਾ ਮੈਂ ਉਪਾਸ਼ਕ ਰਿਹਾ ਹਾਂ। ਕਿਰਪਾ ਕੀਨ ਮੁਝ ਪਰ ਜਗ ਮਾਈ। ਪਰ ਮੈਨੂੰ ਸੁਪਨੇ ਦੇ ਅੰਦਰ ਸੰਦੇਸ਼ ਇਹੋ ਮਿਲਿਆ ਹੈ, ਸੁਮਤ ਦੀਨ ਕੈ ਗਾਥ 부ਝਾਈ। ਰਸਤਾ ਦੱਸ ਦਿੱਤਾ ਬਈ ਜੇ ਤੂੰ ਸੱਚ ਦਾ ਉਪਾਸ਼ਕ ਬੰਨਣਾ ਚਾਹੁੰਦਾ ਹੈ, ਸਚਿਆਰਾ ਹੋਣਾ ਚਾਹੁੰਦਾ ਹੈ, ਉਹ ਇਸ ਥਾਂ ਤੇ ਨਹੀਂ, ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨੀ ਪਾਓ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਥਾਂ 'ਚ ਸਚਿਆਰਾ ਹੋਣਾ ਹੈ, ਜਿੱਥੇ ਹੋਰ ਵੀ ਨਾਨਾ ਪ੍ਰਕਾਰ ਦੀਆਂ ਵਸਤੂਆਂ ਸਤਿਗੁਰੂ ਜੀਆਂ ਦੇ ਘਰੋਂ ਨਸੀਬ ਹੁੰਦੀਆਂ ਹਨ। ਹੇ ਭਾਈ, ਜੇ ਚਾਹਨਾ ਹੈ ਕਿ ਸਚਿਆਰੇ ਹੋਈਏ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਸ਼ਰਨੀ ਪਾਓ। ਮੈਂ ਆਇਓ ਤੁਮ ਸੇਵਨ ਚਰਨਾ। ਮਹਾਰਾਜ ਮੈਂ ਤੁਹਾਡੇ ਚਰਨਾਂ ਦੀ ਸੇਵਾ ਵਾਸਤੇ ਆਇਆ, ਇੱਛਾ ਹੈ ਮੈਂ ਆਪ ਜੀਆਂ ਦੇ ਚਰਨਾਂ ਦੀ ਸੇਵਾ ਕਰਾਂ। ਨਮੋ ਨਮੋ ਪੋ ਅਸ਼ਰਨ ਸ਼ਰਨਾ। ਹੇ ਦੀਨ ਦੁਖੀਆਂ ਨੂੰ ਸ਼ਰਨ ਦੇਣ ਵਾਲੇ ਮੇਰੇ ਮਾਲਕ ਜੀ, ਮੇਰੀ ਤੁਹਾਨੂੰ ਨਮਸਕਾਰ ਹੈ, ਨਮਸਕਾਰ ਹੈ। ਸੁਨੀ ਸ਼੍ਰੋਨ ਮੈਂ ਬਿਨੇ ਬਿਸਾਲਾ। ਸਤਿਗੁਰੂ ਮਹਾਰਾਜ ਜੀਆਂ ਨੇ ਉਹਦੀ ਬੇਨਤੀ ਨੂੰ ਸੁਣਿਆ ਹੈ। ਪਰਮ ਪ੍ਰਸੀਦੇ ਦੀਨ ਦਿਆਲਾ। ਦੀਨ ਦਿਆਲ ਸਤਿਗੁਰੂ ਜੀ ਮਿਹਰ ਦੇ ਘਰ ਵਿੱਚ ਆਏ। ਜਗਤ ਸਭੇ ਪਰਪੰਚ ਦਿਖਾਇਓ। ਔਰ ਜਿਹੜਾ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜੋ ਜਗਤ ਪਰਪੰਚ ਕਹੀਏ, ਜੋ ਜਗਤ ਦਾ ਇੱਕ ਭਰਮ ਭੁਲੇਖਾ, ਜਗਤ ਝੂਠ ਸਾਰਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਉਹਦੀਆਂ ਅੱਖਾਂ ਸਾਹਮਣੇ ਵਿਖਾਇਆ। ਬੋਰੋ ਆਪਣੀ ਸੇਵ ਲਗਾਇਓ। ਫਿਰ ਭਾਈ ਭਗੀਰਥ ਜੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨੀ ਇਸ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆਣ ਕੇ ਲੱਗੇ ਹਨ। ਭਾਈ ਭਗੀਰਥ ਜੀ ਹੋਏ, ਹੋਰ ਵੀ ਕਈ ਗੁਰੂ ਕੇ ਸਿੱਖ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜਿਹੜੀ ਉਹ ਆਪਾਂ ਕਹੀਏ ਨਾ ਸਾਧ ਮੰਡਲੀ ਜੁੜਨੀ ਸ਼ੁਰੂ ਹੋ ਗਈ ਸੀ। ਜੋ ਇਤਿਹਾਸ ਦੇ ਅੰਦਰ ਉੱਥੇ ਆਉਂਦਾ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਪਾਵਨ ਬੇਰੀ ਹੇਠਾਂ ਆਣ ਕੇ ਬੈਠ ਜਾਣਾ। ਉੱਥੇ ਅੰਮ੍ਰਿਤ ਵੇਲੇ ਗੁਰੂ ਕੇ ਹੋਰ ਵੀ ਸਿੱਖਾਂ ਨੇ ਜੁੜਨਾ। ਜਿਵੇਂ ਜਿਵੇਂ ਸੋਏ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਪਹੁੰਚੀ, ਅੰਮ੍ਰਿਤ ਵੇਲੇ ਉੱਥੇ ਇੱਕ ਸਤ ਸੰਗਤ ਦੇ ਰੂਪ ਵਿੱਚ ਜੁੜਨਾ। ਦਿਨ ਦੇ ਸਮੇਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜਾ ਕੇ ਮੋਦੀ ਖਾਨੇ ਵਿੱਚ ਕਿਰਤ ਕਰਨੀ। ਆ ਜਿਨ੍ਹਾਂ ਦਿਨਾਂ ਦੇ ਦੌਰਾਨ ਦੀ ਆਪਾਂ ਸਾਧ ਸੰਗਤ ਜੀਓ ਕਥਾ ਵਾਰਤਾ ਸਰਵਣ ਕਰ ਰਹੇ ਹਾਂ, ਉਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਜੀ ਮੋਦੀ ਦੀ ਇੱਕ ਕਾਰ ਕਰ ਰਹੇ ਹਨ, ਮੋਦੀ ਦੀ ਆ ਡਿਊਟੀ ਕਰ ਰਹੇ ਹਨ। ਸਾਧ ਸੰਗਤ ਜੀਓ ਖਿਮਾ ਕਰਨਾ, ਚੱਲ ਰਹੀ ਪ੍ਰਸੰਗ ਵਿੱਚ ਇੱਕ ਬੇਨਤੀ ਕਰਨੀ ਆਪ ਸੰਗਤ ਜੀ ਦੇ ਨਾਲ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਹੁਣ ਮੋਦੀ ਦੀ ਕਾਰ ਪਏ ਕਰ ਰਹੇ ਹਨ, ਪਿੱਛੇ ਜੀ ਇੱਕ ਕਥਾ ਵਿਆਖਿਆ ਦੇ ਦੌਰਾਨ ਇੱਕ ਬਚਨ ਆਇਆ ਕਿ ਵੇਖੋ ਜੀ ਗੁਟਕੇ ਸਾਹਿਬ ਦੇ ਅੰਦਰ ਆਪਣਾ ਮੋਦੀ ਸ਼ਬਦ ਵਰਤਿਆ ਗਿਆ। ਇਹ ਇੱਕ ਬੜਾ ਵੱਡਾ ਲੁਕਾਈ ਦੇ ਨਾਲ ਜਾਂ ਇਉਂ ਕਹਿ ਲਈਏ ਜਾਏ ਵੀ ਕਿਸੇ ਦੀ ਚਾਲ ਕੀਤੀ ਗਈ ਹੈ। ਅੱਜ ਵੀ ਜਦੋਂ ਜਿਹੜੇ ਪ੍ਰਾਤਨ ਸ਼ਬਦ ਨੇ ਨਾ, ਗੁਰੂ ਘਰਾਂ ਦੇ ਅੰਦਰ ਵੀ ਜਿਹੜੇ ਜਾਣਦੇ ਨੇ ਮੋਦੀ ਖਾਨਾ ਹੈ, ਸਟੋਰ ਦੀ ਡਿਊਟੀ, ਜਾਂ ਇਉਂ ਕਹਿ ਲਿਆ ਜਾਏ ਜਿਵੇਂ ਰਾਸ਼ਨ ਦਾ ਕੋਈ ਡਿਪੂ ਹੋਵੇ, ਸਟੋਰ ਨੂੰ ਸਾਂਭਣ ਵਾਲਾ ਉਹਨੂੰ ਅੱਜ ਵੀ ਮੋਦੀ ਕਿਹਾ ਜਾਂਦਾ ਹੈ। ਗੁਰੂ ਘਰ ਦੇ ਅੰਦਰ ਵੀ ਮੋਦੀ ਦੀ ਇੱਕ ਪੋਜੀਸ਼ਨ ਬਣੀ ਹੋਈ ਹੈ, ਡੈਜ਼ਿਗਨੇਸ਼ਨ ਬਣਿਆ ਹੋਇਆ ਹੈ। ਮੰਦਰਾਂ ਦੇ ਅੰਦਰ ਜਿਹੜੇ ਵੱਡੇ ਵੱਡੇ ਮੰਦਰ ਨੇ, ਜਿਵੇਂ ਕੋਈ ਉਹਨਾਂ ਥਾਵਾਂ ਤੇ ਕੁਠਾਰੀ ਨੇ, ਖਜ਼ਾਨਚੀ, ਬਕਾਇਦਾ ਉਹਨਾਂ ਦੇ ਡੈਜ਼ਿਗਨੇਸ਼ਨ ਉਹਨਾਂ ਦੀ ਇਹ ਹੈ। ਮੋਦੀ ਨੇ ਉਹਨਾਂ ਥਾਂ ਇੱਕ ਸ਼ਬਦ ਬਣਿਆ ਹੋਇਆ, ਕਿਸੇ ਨਾਮ ਦੇ ਨਾਲ ਨਹੀਂ ਹੈ ਇਹਦਾ ਕੋਈ ਤਲੁਕਾਤ। ਖੈਰ ਰਹੋ ਵਿਚਾਰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਸੰਗਤਾਂ ਸਾਧ ਸੰਗਤ ਜੀਓ, ਸੁਲਤਾਨਪੁਰ ਲੋਧੀ ਦੀ ਧਰਤੀ ਤੇ ਸਭਾ ਇੱਕ ਜੁੜਨੀ ਸ਼ੁਰੂ ਹੋ ਗਈ। ਭਾਈ ਭਗੀਰਥ ਜੀ ਆਣ ਕੇ ਚਰਨੀ ਜੁੜੇ। ਮਹਾਰਾਜ ਜੀਆਂ ਨੇ ਜਗਤ ਪਰਪੰਚ ਉਹਨਾਂ ਨੂੰ ਵਿਖਾਇਆ ਔਰ ਆਪਣੇ ਚਰਨੀ ਲਾਇਆ। ਰਹਿਤ ਪਇਓ ਦਰਸ਼ਨ ਨਿਤ ਕਰਈ। ਔਰ ਨਿਤਾ ਪ੍ਰਤਮ੍ਰਿਤ ਵੇਲੇ ਸਤਿਗੁਰੂ ਜੀਆਂ ਦੇ ਦਰਸ਼ਨ ਦਿਦਾਰ ਕਰਨੇ। ਚਰਨ ਪਖਾਰ ਹਰਖ ਉਰ ਤਰਈ। ਔਰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨਾਂ ਨੂੰ ਸਪਰਸ਼ ਕਰਕੇ ਹਮੇਸ਼ਾ ਪ੍ਰਸੰਨ ਰਹਿਣਾ। ਜਿਉ ਕਰੁਣਾ ਨਿਧ
ਦੇਹ ਰਜਾਈ। ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਕੋਈ ਹੁਕਮ ਕਰਨਾ, ਕੋਈ ਆਗਿਆ ਕਰਨੀ, ਤੈਸੇ ਕਰੇ ਸਦਾ ਮਨ ਪਾਈ। ਬਸ ਉਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀਆਂ ਦੇ ਹੁਕਮ ਨੂੰ ਸਤ ਕਰਕੇ ਭਾਈ ਭਗੀਰਥ ਜੀ ਨੇ ਮੰਨਣਾ। ਬੀਤਿਓ ਅਸ ਪ੍ਰਕਾਰ ਕਛ ਕਾਲਾ। ਔਰ ਇਸ ਪ੍ਰਕਾਰ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਭਾਈ ਭਗੀਰਥ ਜੀ ਦਾ ਸੇਵਾ ਕਰਦਿਆਂ ਸਮਾਂ ਬਸਰ ਹੋਇਆ। ਸ਼ਰਦਾ ਧਾਰਤ ਹਿਰਦੇ ਬਿਸਾਲਾ। ਔਰ ਹਿਰਦੇ ਅੰਦਰ ਵੱਡੀ ਸ਼ਰਧਾ ਧਾਰ ਕਰਕੇ ਗਮਨਿਓ ਨਿਜਪੁਰ ਤੇ ਮਰਦਾਨਾ। ਔਰ ਇਹਨਾਂ ਦਿਨਾਂ ਦੇ ਅੰਦਰ ਹੀ ਮਹਾਰਾਜ ਜੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆ ਗਏ। ਮਹਾਰਾਜ ਜੀਆਂ ਦੇ ਪਿੰਡ ਤੋਂ ਹੀ ਸਤਿਗੁਰੂ ਮਹਾਰਾਜ ਜੀਆਂ ਦਾ ਬਚਪਨ ਦਾ ਸੰਗੀ। ਇਹਨਾਂ ਦਿਨਾਂ ਦੇ ਦੌਰਾਨ ਸਤਿਕਾਰਯੋਗ ਭਾਈ ਮਰਦਾਨਾ ਸਾਹਿਬ ਜੀ ਸੁਲਤਾਨਪੁਰ ਆਏ। ਆਇਓ ਗੁਰ ਟਿਗਪੁਰ ਸੁਲਤਾਨਾ। ਮਹਾਰਾਜ ਜੀਆਂ ਦੇ ਕੋਲ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਭਾਈ ਮਰਦਾਨਾ ਸਾਹਿਬ ਜੀ ਆਏ ਹਨ। ਬੰਧਨ ਕਰ ਉਚਰਿਓ ਕਲਿਆਣਾ। ਔਰ ਸਤਿਗੁਰੂ ਜੀਆਂ ਦੇ ਸਮਕਸ਼ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ। ਬੈਸ ਗਇਓ ਪੁਨ ਭਾਗ ਮਹਾਨਾ। ਵੱਡਿਆਂ ਭਾਗਾਂ ਵਾਲਾ ਮਹਾਰਾਜ ਜੀਆਂ ਦੇ ਕੋਲ ਹੀ ਬੈਠ ਗਿਆ। ਤਲਵੰਡੀ ਕੇ ਕੁਸ਼ਲ ਸੰਦੇਸ਼ੇ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਕੁਸ਼ਲ ਮੰਗਲ ਪੁੱਛੀ। ਪਹਿਲਾਂ ਜਦੋਂ ਕੋਈ ਦੋ ਆਪਸ ਵਿੱਚ ਗਰਾਈ ਮਿਲਦੇ ਨੇ ਤੇ ਇਹੋ ਪੁੱਛਦੇ ਨੇ ਵੀ ਹਾਂ ਭਾਈ ਫਲਾਣਿਆਂ ਦਾ ਕੀ ਹਾਲ ਹੈ, ਪਿੰਡ ਵਿੱਚ ਫਲਾਣੇ ਮਹੱਲੇ ਵਾਲੇ ਫਲਾਣਾ ਸਿਉ ਕਿਵੇਂ ਹੈ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਭਾਈ ਮਰਦਾਨਾ ਸਾਹਿਬ ਤੋਂ ਪਿੰਡ ਦਾ ਕੁਸ਼ਲ ਮੰਗਲ ਹਾਲ ਪੁੱਛਿਆ। ਦੇਤ ਪਇਓ ਬੂਝੇ ਗੁਰ ਜੈਸੇ। ਔਰ ਜਿਵੇਂ ਜਿਵੇਂ ਮਹਾਰਾਜ ਜੀਆਂ ਨੇ ਪੁੱਛਿਆ ਭਾਈ ਮਰਦਾਨਾ ਸਾਹਿਬ ਜੀਆਂ ਨੇ ਵੀ ਉਸੇ ਤਰ੍ਹਾਂ ਉੱਤਰ ਦਿੱਤੇ। ਆਪਨ ਪ੍ਰਯੋਜਨ ਬੌਰ ਸੁਨਾਇਓ। ਖੈਰ ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਪੁੱਛਦੇ ਨੇ ਭਾਈ ਮਰਦਾਨਾ ਸਾਹਿਬ ਜੀਆਂ ਨੂੰ, ਭਾਈ ਦੱਸੋ ਕਿਵੇਂ ਅੱਜ ਆਉਣੇ ਕਿਵੇਂ ਹੋਏ, ਤੁਸੀਂ ਕਿਵੇਂ ਇੱਥੇ ਆਏ ਹੋ। ਜਾਂ ਕੇ ਹਿਤ ਚੱਲ ਕਰ ਪੁਰੇ ਆਇਓ। ਜਿਵੇਂ ਤੁਸੀਂ ਇੰਨੀ ਵੱਡੀ ਦੂਰ ਭਾਵ ਪੈਦਲ ਤੁਸੀਂ ਇੱਥੇ ਚੱਲ ਕਰਕੇ ਆਏ ਹੋ, ਵੀ ਕੋਈ ਖਾਸ ਪ੍ਰਯੋਜਨ ਹੋਵੇ ਤੁਹਾਡਾ। ਹੁਣ ਪਿੰਡ ਦਾ ਸੰਦੇਸ਼ਾ ਤੇ ਤੁਸੀਂ ਦੇਣ ਆਏ ਨਹੀਂ ਨਾ, ਪਿੰਡ ਦੀ ਖੈਰ ਸੁਖ ਦੱਸਣ ਵਾਸਤੇ ਨਹੀਂ ਤੁਸੀਂ ਆਏ, ਬਈ ਦੱਸੋ ਕਿਵੇਂ ਆਏ ਹੋ। ਸੁਨ ਜਜਮਾਨ ਬਚਨ ਤੁਮ ਪਾਖਾ। ਹੱਥ ਜੋੜ ਕੇ ਲੱਗੇ ਕਹਿਣ ਜਜਮਾਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ, ਜਿਹੜਾ ਤੁਸੀਂ ਮੈਨੂੰ ਇੱਕ ਵਾਰੀ ਬਚਨ ਕਿਹਾ ਸੀ। ਤਜੋ ਅਪਰ ਜਾਚਨ ਅਬਿਲਾਖਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਇੱਕ ਵਾਰੀ ਬਚਨ ਕੀਤਾ ਭਾਈ ਮਰਦਾਨਾ ਸਾਹਿਬ ਨੂੰ ਵੀ ਘਰ ਘਰ ਜਾ ਕੇ ਮੰਗਣਾ ਛੱਡ ਦੇ। ਅੱਜ ਲੱਗੇ ਕਹਿਣ ਮਹਾਰਾਜ ਜਿਹੜਾ ਤੁਸੀਂ ਵਚਨ ਕੀਤਾ ਸੀ ਨਾ ਵੀ ਤੂੰ ਘਰ ਘਰ ਮੰਗਣਾ ਛੱਡ ਦੇ, ਵੀ ਮਰਾਸੀ ਪੁਣੇ ਦੇ ਅੰਦਰ ਕਦੇ ਕਿਸੇ ਦੀ ਜਾ ਕੇ ਉਪਮਾ ਕੀਤੀ, ਕਦੇ ਕਿਸੇ ਦੇ ਜਾ ਕੇ ਸੋਲੇ ਪੜੇ ਵੀ ਜਿਉਂਦਾ ਰਹਿ ਜਜਮਾਨਾ, ਵੀ ਤੇਰਾ ਭਲਾ ਹੋਵੇ, ਤੇਰੀ ਕੁੱਲ ਵਧੇ। ਮਹਾਰਾਜ ਜਿਹੜੇ ਤੁਸੀਂ ਮੈਨੂੰ ਇਹ ਬਚਨ ਕਹੇ ਸਨ। ਜਾਂ ਤੇ ਮੰਗੋ ਮੈਂ ਨਹਿ ਕੋ। ਸਤਿਗੁਰੂ ਜੀ ਸੱਚ ਜਾਣਿਓ, ਜਿੱਦਣ ਦੇ ਤੁਸੀਂ ਬਚਨ ਕੀਤੇ ਮੈਂ ਕਿਸੇ ਘਰ ਮੰਗਣ ਨਹੀਂ ਗਿਆ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਭਾਈ ਮਰਦਾਨਾ ਸਾਹਿਬ ਜੀਆਂ ਨੂੰ ਇਹੋ ਬਚਨ ਕਹੇ, ਮਰਦਾਨਿਆ ਕਿਸੇ ਦੇ ਦਰਵਾਜ਼ੇ ਤੇ ਨਾ ਮੰਗਣ ਜਾਈ, ਜਿੱਦਣ ਲੋੜ ਹੋਈ ਬਸ ਤੂੰ ਮੈਨੂੰ ਦੱਸ ਦਈ। ਕੈਸਾ ਉਹ ਮਹਾਨ ਗੁਰੂ ਕਾ ਸਿੱਖ। ਨਮਸਕਾਰ ਹੈ ਭਾਈ ਮਰਦਾਨਾ ਸਾਹਿਬ ਦੇ ਚਰਨਾਂ ਤੇ ਵੀ। ਹੁਣ ਇੱਥੇ ਤਾਂ ਇਹ ਹੁਣ ਕਹਾਣੀ ਬਣੀ ਹੋਈ ਹੈ ਵੀ ਚੱਲ ਜੇ ਇੱਥੋਂ ਨਹੀਂ ਦੁੱਖ ਨਿਵਾਰਨ ਸਾਹਿਬ ਨਹੀਂ ਕੋਈ ਮੰਗ ਪੂਰੀ ਹੋਈ, ਕਿਸੇ ਦੱਸ ਦਿੱਤਾ ਭਾਈ ਫਲਾਣੀ ਕਬਰ ਤੇ ਮੱਥਾ ਟੇਕਿਆ, ਵੀ ਸਭ ਤੋਂ ਪਹਿਲੀਆਂ ਕਤਾਰਾਂ ਵਿੱਚ ਖਲੋਤੇ ਹੁੰਦੇ ਹਾਂ ਉੱਪਰੋਂ ਦੀ ਗਾਤਰਾ ਪਾ ਕੇ। ਜੇ ਕਿਸੇ ਕਿਹਾ ਵੀ ਫਲਾਣੀ ਥਾਂ ਉੱਥੇ ਚਾਰ ਤੂੰ ਫੇਰੇ ਪਾਇਆ ਭਾਈ, ਉਸ ਥਾਂ ਤੇ ਚਲੇ ਗਏ। ਕਿਹਨੂੰ ਝੂਠਾ ਪਾਇਆ? ਗੁਰੂ ਨੂੰ ਝੂਠਾ ਪਾਇਆ। ਹੱਥ ਜੋੜ ਕੇ ਲੱਗੇ ਕਹਿਣ ਜਜਮਾਨ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ। ਭਾਈ ਮਰਦਾਨਾ ਸਾਹਿਬ ਕਹਿ ਰਹੇ ਨੇ ਸਤਿਗੁਰੂ ਜੀ ਜਿੱਦਣ ਤੁਸੀਂ ਇੱਕ ਵਾਰੀ ਬਚਨ ਕਿਹਾ ਸੀ ਮਰਦਾਨਿਆ ਥਾਂ ਪਰ ਥਾਂ ਨਾ ਮੰਗੀ ਸਤਿਗੁਰੂ ਜੀ, ਉਦੋਂ ਬਾਅਦ ਮੈਂ ਕਿਸੇ ਦੇ ਦੁਆਰੇ ਮੰਗਣ ਵੀ ਨਹੀਂ ਗਿਆ। ਤੁਮਰੋ ਬਚਨ ਚਿਤਾਰਤ ਸੋ। ਸਤਿਗੁਰੂ ਜੀ ਬਸ ਤੁਹਾਡਾ ਇਹ ਬਚਨ ਮੈਂ ਚੇਤੇ ਰੱਖਿਆ ਹੈ। ਔਰ ਚਲਤ ਨੀਕੀ ਗੁਜਰਾਨਾ। ਸਤਿਗੁਰੂ ਜੀ ਬਾਕੀ ਤਾਂ ਚਲੋ ਜਿਹੜਾ ਹੁਣ ਰੋਜ਼ ਦਾ ਕੰਮਕਾਰ ਘਰ ਦਾ
ਰਾਸ਼ਨ ਪਾਣੀ ਦਾ ਰੋਜ਼ਾਨਾ ਦਾ ਤਾਂ ਚਲੋ ਠੀਕ ਚੱਲ ਰਿਹਾ ਹੈ। ਤਨੀਆਂ ਵਿਆਹਨ ਖਰਚ ਮਹਾਨਾ। ਸਤਿਗੁਰੂ ਜੀ ਹੁਣ ਧੀ ਵਿਆਹੁਣ ਯੋਗ ਹੋਈ ਹੈ। ਭਾਈ ਮਰਦਾਨਾ ਸਾਹਿਬ ਕਹਿ ਰਹੇ ਨੇ ਵੀ ਚਲੋ ਰੋਜ਼ਾਨਾ ਦਾ ਤਾਂ ਕੰਮਕਾਰ ਠੀਕ ਹੈ, ਰਸੋਈ ਦਾ ਪੈਸਾ ਟਕਾ ਠੀਕ ਚੱਲ ਰਿਹਾ, ਪਰ ਹੁਣ ਧੀ ਵਿਆਹੁਣ ਯੋਗ ਹੋਈ ਹੈ। ਤਾਂ ਕੀ ਸ਼ਕਤ ਨ ਸਦਨ ਹਮਾਰੇ। ਸਤਿਗੁਰੂ ਜੀ ਬਸ ਧੀ ਵਿਆਹੁਣ ਯੋਗ ਪੈਸੇ ਹੀ ਨਹੀਂ ਕਰਦੇ, ਅੰਦਰ ਉਹ ਸ਼ਕਤੀ ਨਹੀਂ ਵੀ ਉਹ ਪੈਸਾ ਟਕਾ ਕਰ ਨਹੀਂ ਹੈ। ਯਾਂ ਹਿਤੇ ਆਇਓ ਨਿਕਟ ਤੁਮਾਰੇ। ਸਤਿਗੁਰੂ ਜੀ ਬਸ ਇਸੇ ਕਰਕੇ ਆਪ ਜੀਆਂ ਦੇ ਚਰਨੀ ਆਏ ਹਾਂ ਵੀ ਜੇ ਕੋਈ ਆਪ ਜੀਆਂ ਦੇ ਕੋਲੋਂ ਕੋਈ ਨਾ ਕੋਈ ਮੈਨੂੰ ਕੋਈ ਸ਼ਕਤ, ਕੋਈ ਨਾ ਕੋਈ ਆਪ ਜੀਆਂ ਦੇ ਕੋਲੋਂ ਪੈਸਾ ਟਕਾ ਕੋਈ ਮਿਲ ਜਾਂਦਾ, ਤੇ ਇਸ ਕਰਕੇ ਮੈਂ ਇੰਨੀ ਦੂਰ ਆਇਆ ਹਾਂ। ਅਸ ਪ੍ਰਕਾਰ ਸੁਨ ਕਰ ਸੁਖ ਰਾਸਾ। ਸੁਖਾਂ ਦੀ ਰਾਸ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਪਰਮ ਸਿੱਖ ਭਾਈ ਮਰਦਾਨਾ ਸਾਹਿਬ ਤੋਂ ਇਹ ਬੋਲ ਸੁਨੇ। ਤੈ ਚਿਨਹੁ ਤੋ ਭਗੀਰਥ ਪਾਸਾ। ਉਸ ਵਕਤ ਭਾਈ ਭਗੀਰਥ ਜੀ ਵੀ ਕੋਲ ਸਨ। ਜਦੋਂ ਇਹ ਸਾਰੇ ਸਵਾਲ ਜਵਾਬ ਗੱਲਬਾਤ ਹੋਈ, ਭਾਈ ਭਗੀਰਥ ਜੀ ਇੱਕ ਪਾਸੇ ਬੈਠੇ ਨੇ, ਭਾਈ ਮਰਦਾਨਾ ਸਾਹਿਬ ਜੀ ਕੋਲ ਬੈਠੇ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਕੋਲ ਨੇ। ਭਾਈ ਭਗੀਰਥ ਜੀ ਵੱਲੇ ਵੇਖ ਕੇ ਤਾਂ ਸੋ ਬੋਲੇ ਕਿਰਪਾ ਨਿਧਾਨਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਭਾਈ ਭਗੀਰਥ ਜੀ ਨੂੰ ਕਹਿਣ ਲੱਗੇ, ਕਰੋ ਕਾਜ ਤੁਮ ਪਰਮ ਸਿਆਨਾ। ਭਾਈ ਭਗੀਰਥ ਜੀ ਤੁਸੀਂ ਸਿਆਣੇ ਹੋ, ਤੁਸੀਂ ਇੱਕ ਕੰਮ ਕਰੋ। ਬਿਹਾ ਸੋਜ ਲਿਖ ਕਾਗਦ ਸਭਈ। ਮਹਾਰਾਜ ਜੀਆਂ ਨੇ ਵੀ ਜਿਹੜੀ ਜਿਹੜੀ ਵਸਤੂ ਆਦਿ ਦੀ ਲੋੜ ਸੀ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜਿਵੇਂ ਕੋਈ ਹੁਣ ਵਿਆਹ ਦੀ ਕੋਈ ਸਲਿੱਪ ਬਣਾਏ, ਸੌਖੇ ਸ਼ਬਦਾਂ ਵਿੱਚ ਕਹਿ ਲਈਏ ਵੀ ਫਲਾਣੀ ਵੀ ਹਲਵਾਈ ਕੋਲ ਫਲਾਣੀ ਵਸਤੂ ਚਾਹੀਦੀ ਹੈ, ਫਲਾਣੀ ਚਾਹੀਦੀ, ਮਹਾਰਾਜ ਜੀਆਂ ਨੇ ਕਾਗਜ਼ ਦੇ ਉੱਪਰ ਉਹ ਸਾਰੀ ਸੌਂਜ ਸਮੱਗਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਹੱਥੀਂ ਲਿਖੀ ਭਾਈ ਮਰਦਾਨਾ ਸਾਹਿਬ ਦੀ ਬੇਟੀ ਦੇ ਵਿਆਹ ਦੇ ਲਈ। ਸਾਰੀ ਮਹਾਰਾਜ ਜੀਆਂ ਨੇ ਸੌਂਜ ਸਮੱਗਰੀ ਲਿਖ ਕਰਕੇ ਗਮਨੋ ਲਵਪੁਰ ਮਾਰਗ ਅਬਈ। ਮਹਾਰਾਜ ਜੀ ਨੇ ਬਚਨ ਕੀਤੇ ਵੀ ਹੁਣੇ ਤੁਸੀਂ, ਦਿਨ ਥੋੜੇ ਰਹਿ ਗਏ ਨੇ ਵਿਆਹ ਦੇ ਅੰਦਰ, ਇੰਨਾ ਸਮਾਂ ਨਹੀਂ ਵੀ ਭਾਈ ਮਰਦਾਨਾ ਜੀ ਨੇ ਵਾਪਸ ਵੀ ਜਾਣਾ ਹੈ, ਰਾਏ ਭੋਇੰ ਦੀ ਤਲਵੰਡੀ ਨੂੰ ਨਗਰ ਨੂੰ ਵਾਪਸ ਵੀ ਜਾਣਾ। ਤੁਸੀਂ ਇੱਕ ਕੰਮ ਕਰੋ, ਇੱਥੋਂ ਹੀ ਤੁਸੀਂ ਹੁਣੇ ਲਾਹੌਰ ਜਾਓ। ਇਹ ਸਥਾਨ ਹੋਏ ਵਸਤ ਨ ਪੂਰੀ। ਸਾਡੇ ਕੋਲ ਇਸ ਥਾਂ ਤੇ ਆ ਸਾਰੀਆਂ ਵਸਤੂਆਂ ਪੂਰੀਆਂ ਨਹੀਂ ਹਨ, ਤੁਸੀਂ ਇੱਥੋਂ ਲਾਹੌਰ ਜਾਵੋ। ਤਹਿ ਬਿਲੋਕ ਕੈ ਆਨੋ ਰੂਰੀ। ਛੇਤੀ ਤੁਸੀਂ ਉਸ ਥਾਂ ਤੇ ਸਾਰੀ ਸੌਂਜ ਸਮੱਗਰੀ ਤੁਸੀਂ ਇਕੱਤਰ ਕਰਕੇ ਰਜਨੀ ਏਕ ਬਸੋ ਪੁਰ ਮਾਈ। ਪਰ ਨਾਲ ਬਚਨ ਇਹ ਵੀ ਕਹਿ ਦਿੱਤਾ ਵੀ ਉਸ ਥਾਂ ਬਹੁਤਾ ਸਮਾਂ ਨਹੀਂ ਲਾਉਣਾ, ਇੱਕ ਰਾਤ ਹੀ, ਕੇਵਲ ਇੱਕ ਰਾਤ ਹੀ ਤੁਸੀਂ ਉੱਥੇ ਠਹਿਰਨਾ ਹੈ। ਤੂਰਨ ਆਵਨ ਬਿਲਮੋ ਨਾਈ। ਔਰ ਛੇਤੀ ਤੁਸੀਂ ਉੱਥੇ ਵਾਪਸ ਸਾਰੀ ਸੌਂਜ ਸਮੱਗਰੀ ਇੱਕ ਰਾਤ ਦੇ ਅੰਦਰ ਹੀ ਜਾ ਕਰਕੇ ਸਾਰੀ ਸੌਂਜ ਸਮੱਗਰੀ ਲੈ ਕੇ ਇਕੱਠੀ ਕਰਕੇ ਇੱਕ ਰਾਤ ਰਹਿ ਕੇ ਬਸ ਅਗਲੇ ਭਲਕ ਹੀ ਚਾਲਾ ਮਾਰਨਾ ਹੈ। ਧਰ ਰਜਾਏ ਸਿਰ ਪਰ ਜਗਨਾਥਾ। ਗੁਰੂ ਕੇ ਸਿੱਖ ਨੇ ਮਹਾਰਾਜ ਜੀਆਂ ਦੀ ਆਗਿਆ ਪਾ ਕੇ ਜਿਹੜੀ ਉਹ ਕਾਗਜ਼ ਦੇ ਉੱਪਰ ਜੋ ਸਾਜੋ ਸਮਾਨ ਸੌਂਜ ਸਮੱਗਰੀ ਵਿਆਹ ਦਾ ਕਾਰਜ ਲਿਖਿਆ ਹੋਇਆ ਸੀ, ਸਾਰਾ ਲੈ ਕਰਕੇ ਭਾਈ ਭਗੀਰਥ ਜੀ ਤੁਰਦੇ ਹਨ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਲਾਹੌਰ ਵੱਲ ਨੂੰ। ਲਿਖਿਓ ਬੂਝ ਮਰਦਾਨੇ ਸਾਥਾ। ਔਰ ਵੀ ਜੋ ਕੁਝ ਸੀ ਭਾਈ ਮਰਦਾਨਾ ਜੀ ਤੋਂ ਪੁੱਛ ਕੇ ਬਾਂਚਿਤ ਦਰਬ ਲਏ ਨਿਜ ਹਾਥਾ। ਔਰ ਜਿੰਨੀ ਕੁ ਪੈਸਾ ਟਕਾ ਚਾਹੀਦਾ ਸੀ ਭਾਈ ਭਗੀਰਥ ਜੀ ਨਾਲ ਲੈ ਕੇ ਤੁਰੇ ਹਨ। ਗਮਨਿਓ ਪੰਥ ਨਾਏ ਪਦ ਮਾਥਾ। ਔਰ ਨਮਸਕਾਰ ਕਰਕੇ ਉਸ ਪੰਥ ਨੂੰ ਪੈ ਗਏ। ਪਹੁੰਚਿਓ ਲਵਪੁਰ ਨਗਰ ਮਝਾਰਾ। ਔਰ ਲਾਹੌਰ ਸ਼ਹਿਰ ਦੇ ਅੰਦਰ ਭਾਈ ਭਗੀਰਥ ਜੀ ਪਹੁੰਚੇ ਹਨ। ਇੱਕ ਦੁਕਾਨਪੁਰ ਸ਼ਾਹ ਨਿਹਾਰਾ। ਔਰ ਤੁਰਦਿਆਂ ਤੁਰਦਿਆਂ ਜਦੋਂ ਨਗਰੀ ਅੰਦਰ ਗਏ ਉਸ ਥਾਂ ਤੇ ਇੱਕ ਦੁਕਾਨ ਦੇ ਅੰਦਰ ਇੱਕ ਸ਼ਾਹ ਜੋ ਬੈਠਾ ਹੋਇਆ ਸੀ, ਭਾਈ ਭਗੀਰਥ ਜੀ ਨੇ ਤੱਕਿਆ ਹੈ। ਮਨ ਸੁਖ ਨਾਮ ਹੁਤੋ ਜਿਸ ਕੇਰੋ। ਜਿਹਦਾ ਨਾਮ ਭਾਈ ਮਨਸੁਖ ਹੈ ਇਤਿਹਾਸ ਦੇ ਅੰਦਰ। ਭਾਈ ਭਗੀਰਥ ਜੀ ਨੇ ਤੱਕਿਆ ਉਸ ਸ਼ਾਹ ਦੇ ਵੱਲੇ। ਭਾਈ ਭਗੀਰਥ ਜੀ ਉਸ ਭਾਈ ਮਨਸੁਖ ਜੀ ਦਾ ਨਾਮ ਹੈ, ਉਹਨਾਂ ਦੇ ਕੋਲ ਪਹੁੰਚਦੇ ਹਨ। ਧਨੀ ਅਧਿਕ ਵਾਪਾਰ ਕਨੇਰੋ। ਬੜਾ ਸੋਹਣਾ ਉਹਦਾ ਵਪਾਰ ਸੀ। ਉਹਨਾਂ ਦਿਨਾਂ ਦੇ ਅੰਦਰ ਵੱਖ-ਵੱਖ ਦੇਸ਼ਾਂ ਦੇ ਅੰਦਰ, ਇੱਕ ਥਾਂ ਤੇ ਨਹੀਂ, ਭਾਈ ਮਨਸੁਖ ਵੱਖ-ਵੱਖ ਦੇਸ਼ਾਂ ਦੇ ਅੰਦਰ ਵੀ ਵਪਾਰ ਹਿੱਤ ਜਾਂਦੇ ਸਨ। ਸੌਜ ਸਮੱਗਰੀ ਲੈ ਕੇ ਆਉਣੀ ਤੇ ਕੁਝ ਛੱਡ ਕੇ ਆਉਣੀ।
ਬੜਾ ਨਾਮ ਸੀ। ਜਦੋਂ ਵੇਖਿਆ ਵੀ ਵੱਡੀ ਇੱਕ ਦੁਕਾਨ ਜਿਸ ਥਾਂ ਤੋਂ ਸਾਰੀ ਸਮੱਗਰੀ ਮਿਲ ਜਾਏਗੀ, ਭਾਈ ਭਗੀਰਥ ਜੀ ਉਸ ਥਾਂ ਤੇ ਗਏ ਭਾਈ ਮਨਸੁਖ ਜੀ ਦੇ ਕੋਲ। ਤੈਂ ਕੇ ਸਾਥ ਕਈ ਨਿਜ ਗਾਥਾ। ਔਰ ਜਿਸ ਕਾਰਜ ਵਾਸਤੇ ਆਏ ਹਨ ਉਹ ਕਾਰਜ ਸਾਰੀ ਜਾ ਕੇ ਗੱਲ ਦੱਸ ਦਿੱਤੀ। ਸਰਬ ਦਰਬ ਕੋ ਲੈ ਕਰ ਹਾਥਾ। ਔਰ ਸਾਰੇ ਪੈਸਾ ਟਕਾ ਹੱਥ ਵਿੱਚ ਲੈ ਕਰਕੇ ਵਿਆਹ ਸੋਜ ਕਾਗਦ ਪਰ ਜੇਤੀ। ਔਰ ਜਿੰਨਾ ਵੀ ਕੋਈ ਸਾਜੋ ਸਮਾਨ ਕਾਗਜ਼ ਦੇ ਉੱਪਰ ਵਿਆਹ ਦਾ ਲਿਖਿਆ ਹੋਇਆ ਸੀ, ਸੌਂਜ ਸਮਗਰੀ, ਆਪ ਸਰਬ ਲੈ ਦੀਜੇ ਤੇਤੀ। ਕਰਕੇ ਉਹ ਕਾਗਜ਼ ਭਾਈ ਮਨਸੁਖ ਵੱਲ ਭਾਈ ਭਗੀਰਥ ਨੇ ਕਿਹਾ ਵੀ ਆਹ ਸਮਾਨ ਹੈ, ਇੰਨਾ ਮੈਨੂੰ ਚਾਹੀਦਾ ਹੈ, ਪਰ ਧਿਆਨ ਇਹ ਵੀ ਰੱਖਿਓ ਮੈਨੂੰ ਚਾਹੀਦਾ ਛੇਤੀ ਹੈ, ਇੰਨਾ ਸਮਾਂ ਮੇਰੇ ਕੋਲ ਨਹੀਂ ਵੀ ਮੈਂ ਬਹੁਤਾਤ ਵਿੱਚ ਤੁਹਾਡੀ ਦੁਕਾਨ ਤੇ ਬੈਠਾ ਰਵਾਂ, ਮੈਨੂੰ ਇਹ ਛੇਤੀ ਸਾਰਾ ਇਹ ਸੌਂਜ ਸਮਗਰੀ ਚਾਹੀਦੀ ਹੈ। ਏਕ ਨਿਸਾ ਬਸ ਹੋ ਇਸ ਨਗਰਾ। ਮੈਂ ਇਸ ਨਗਰੀ ਦੇ ਅੰਦਰ ਕੇਵਲ ਇੱਕ ਰਾਤ ਹੀ ਠਹਿਰਨਾ ਹੈ। ਤੂਰਨ ਕਰੀਏ ਕਾਰਜ ਸਗਰਾ। ਹੁਣ ਇਹ ਸਾਰਾ ਕਾਰਜ ਕਿਰਪਾ ਕਰਕੇ ਤੁਸੀਂ ਛੇਤੀ ਕਰ ਦਿਓ। ਸੁਨ ਕਰ ਮਨ ਸੁਖ ਤੈ ਸਨਮਾਨਾ। ਭਾਈ ਮਨਸੁਖ ਸੁਣਿਆ, ਉਹਨਾਂ ਨੇ ਸਨਮਾਨ ਕੀਤਾ। ਭਲੇ ਪੁਰਖ ਨੇ ਭਾਈ ਮਨਸੁਖ ਉਹਨਾਂ ਦਾ ਸਨਮਾਨ ਕੀਤਾ। ਨਿਕਟ ਬਿਠਾਇਓ ਬਚਨ ਬਖਾਨਾ। ਔਰ ਕੋਲ ਬਿਠਾ ਕੇ ਉਹਨਾਂ ਨੇ ਬਚਨ ਭਾਈ ਮਨਸੁਖ ਨੇ ਕੀਤਾ ਹੈ। ਅਬ ਪਰਦੋਖ ਪੀ ਕਰੋ ਨਿਵੇਸਾ। ਕਹਿੰਦੇ ਹੁਣ ਤਾਂ ਵੇਖੋ ਤਰਕਾਲਾਂ ਪੈ ਗਈਆਂ ਹਨ, ਸੰਧਿਆ ਦਾ ਵੇਲਾ ਹੋ ਗਿਆ ਹੈ। ਵੇਖ ਕਰਕੇ ਭਾਈ ਮਨਸੁਖ ਜੀਆਂ ਨੇ ਕਹਿੰਦੇ ਵੀ ਹੁਣ ਤਾਂ ਤੁਸੀਂ ਮੈਨੂੰ ਕਾਗਜ਼ ਵਿਖਾ ਰਹੇ ਹੋ ਵੀ ਹੁਣ ਤਾਂ ਸ਼ਾਮਾਂ ਵੀ ਪੈ ਗਈਆਂ, ਰਾਤ ਪੈਣ ਵਾਲੀ ਹੈ, ਸਾਰੀ ਸੌਂਜ ਸਮੱਗਰੀ ਇਕੱਠੀ ਕਰਨ ਵਾਲੀ, ਇਹ ਤਾਂ ਕਾਰਜ ਮੁਸ਼ਕਲ ਜਿਹਾ ਜਾਪਦਾ ਹੈ ਵੀ ਏਡੀ ਛੇਤੀ ਤਾਂ ਨਹੀਂ ਇਹ ਸਾਰਾ ਕੁਝ ਹੋਣਾ। ਤੁਸੀਂ ਇੱਕ ਕੰਮ ਕਰੋ, ਰਾਤ ਤੁਸੀਂ ਠਹਿਰੋ। ਔਰ ਹੋਤ ਲੈ ਵਸਤ ਸੁਦੇਸਾ। ਕਹਿੰਦੇ ਸਵੇਰ ਹੋਏਗੀ, ਸਵੇਰ ਹੁੰਦਿਆਂ ਸਾਰ ਆਪਾਂ ਸਾਰੀ ਸੌਂਜ ਸਮੱਗਰੀ ਤੁਹਾਡੀ ਇਕੱਠੀ ਕਰਾਂਗੇ। ਸੋ ਕਾਗਦ ਪੁਨ ਪਠਿਓ ਵਿਚਾਰੀ। ਔਰ ਫਿਰ ਉਸ ਕਾਗਜ਼ ਨੂੰ ਵਿਚਾਰਿਆ ਹੈ। ਅਵਰ ਵਸਤ ਸਭ ਹੋਏ ਤਿਆਰੀ। ਫਿਰ ਕਾਗਜ਼ ਵੱਲੇ ਵੇਖ ਕੇ ਨਾ ਭਾਈ ਮਨਸੁਖ ਜੀਆਂ ਨੇ, ਫਿਰ ਸ਼ਾਹ ਨੇ ਕਾਗਜ਼ ਵੱਲੇ ਵੇਖ ਕੇ ਫਿਰ ਸਾਰੀਆਂ ਜਿਹੜੀਆਂ ਵਸਤੂਆਂ ਲਿਖੀਆਂ ਹੋਈਆਂ ਨੇ ਸੌਂਜ ਸਮੱਗਰੀ, ਕਹਿੰਦੇ ਚਲੋ ਆ ਵੀ ਫਲਾਣੀ ਦੁਕਾਨ ਤੇ ਆ ਮੇਰੇ ਕੋਲੋਂ ਮਿਲ ਜਾਏਗੀ, ਆ ਵੀ ਮਿਲ ਜਾਏਗੀ, ਵੇਖ ਕਰਕੇ ਬਚਨ ਕੀਤਾ। ਬਿਲਮ ਲਗੇ ਕਰਵਾਵਤ ਚੂੜਾ। ਕਹਿੰਦੇ ਚਲੋ ਬਾਕੀ ਤਾਂ ਠੀਕ ਹੈ, ਪਰ ਇਹ ਤੰਨਿਆਂ ਵਾਸਤੇ, ਲੜਕੀ ਵਾਸਤੇ ਜੋ ਹੱਥ ਵਿੱਚ ਚੂੜਾ ਪਾਉਣ ਵਾਲਾ ਹੈ, ਇਹਨੂੰ ਟਾਈਮ ਲੱਗੇਗਾ, ਇਹ ਤਿਆਰ ਨਹੀਂ। ਬਾਕੀ ਤਾਂ ਚਲੋ ਸਾਰਾ ਕੁਝ ਹੈ, ਬਾਕੀ ਤਾਂ ਚਲੋ ਇਥੋਂ ਸਾਰਾ ਛੇਤੀ ਅਸੀਂ ਤਿਆਰ ਕਰ ਦਵਾਂਗੇ, ਸਮਾਂ ਲੱਗਣਾ ਹੈ, ਚੂੜਾ ਤਿਆਰ ਨਹੀਂ ਹੈ। ਜੋ ਲਿਓ ਚਾਤ ਐ ਰੂੜਾ। ਤੇ ਤੁਸੀਂ ਲਿਖਿਆ ਵੀ ਹੈ ਵੀ ਸੋਹਣਾ ਵੀ ਚਾਹੀਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਰਦਾਨਾ ਜੀ ਸਾਹਿਬ ਦੀ ਬੇਟੀ ਵਾਸਤੇ ਮਹਾਰਾਜ ਜੀਆਂ ਨੇ ਸਾਰਾ ਕੁਝ ਕਿਹਾ ਵੀ ਏਦਾਂ ਚੂੜਾ ਵੀ ਲੈ ਕੇ ਆਇਓ, ਪਰ ਲਿਆਇਓ ਵੀ ਸੋਹਣਾ, ਏਦਾਂ ਨਾ ਹੋਵੇ ਵੀ ਨਗ ਨਾ ਪੂਰਾ ਕਰਿਓ, ਲੈ ਕੇ ਵੀ ਤੁਸੀਂ ਸੋਹਣਾ ਚੂੜਾ ਆਉਣਾ ਹੈ। ਕੈਸੀ ਸੀ ਆਪਸ ਦੇ ਅੰਦਰ ਸੰਗੀ ਸਾਥੀਆਂ ਦਾ ਸਨੇਹ, ਜੇ ਇੱਕ ਦੇ ਕੋਲ ਨਹੀਂ ਤੇ ਦੂਸਰੇ ਨੇ ਕੋਲੋਂ ਸਹਾਇਤਾ ਕਰਨੀ। ਐਸਾ ਹੈ ਸਤਸੰਗੀਆਂ ਦਾ ਆਪਸ ਦੇ ਅੰਦਰ ਪਰਸਪਰ ਪਿਆਰ। ਵੇਖ ਕਰਕੇ ਭਾਈ ਮਨਸੁਖ ਭਾਈ ਭਗੀਰਥ ਜੀ ਨੂੰ ਕਹਿਣ ਲੱਗੇ ਵੀ ਬਾਕੀ ਤਾਂ ਚਲੋ ਖੈਰ ਸਾਰਾ ਕੁਝ ਤਿਆਰ ਕਰ ਦਵਾਂਗੇ, ਸਮਾਂ ਬਸ ਇਸ ਚੂੜੇ ਨੂੰ ਲੱਗਣਾ ਹੈ। ਤਬੇ ਭਗੀਰਥ ਬੋਲਿਓ ਬਾਣੀ। ਇਹਨੇ ਨੂੰ ਭਾਈ ਭਗੀਰਥ ਜੀ ਨੇ ਬਚਨ ਕੀਤਾ। ਸੁਨੋ ਸ਼ਾਹ ਵਿਪਰੀਤ ਕਹਾਣੀ। ਕਹਿੰਦੇ ਸ਼ਾਹ ਜੀ ਗੱਲ ਸੁਣੋ, ਕਹਾਣੀ ਉਲਟ ਹੈ, ਵਿਪਰੀਤ ਕਹਾਣੀ। ਇੱਕ ਬੜਾ ਇੱਕ ਸਵਾਲ ਹੈ ਮੇਰਾ। ਦੂਜੀ ਨਿਸਾ ਰਹੋ ਜੇ ਨਗਰਾ। ਜੇ ਮੈਂ ਦੂਜੀ ਰਾਤ ਇਸ ਨਗਰੀ ਵਿੱਚ ਠਹਿਰ ਗਿਆ, ਬਾਦ ਜਨਮ ਜਾਵੇ ਮੁਝ ਸਗਰਾ। ਕਹਿੰਦਾ ਮੇਰਾ ਤਾਂ ਜਨਮ ਹੀ ਭ੍ਰਿਸ਼ਟਿਆ ਜਾਏਗਾ, ਮੇਰਾ ਤੇ ਜਨਮ ਹੀ ਵਿਫਲ ਹੋ ਜਾਏਗਾ। ਤੁਸੀਂ ਕਹਿ ਰਹੇ ਹੋ ਦੂਜੀ ਰਾਤ ਲਾਉਣੀ ਪਊ, ਜੇ ਮੈਂ ਦੂਜੀ ਰਾਤ ਇਸ ਥਾਂ ਤੇ ਲਾ ਦਿੱਤੀ ਮੇਰਾ ਜਨਮ ਹੀ ਨਿਸ਼ਫਲ ਹੋ ਜਾਏਗਾ। ਕਹਿਓ ਸ਼ਾਹ ਕੋ ਜਾਂ ਕੋ ਕਾਰਣ। ਸ਼ਾਹ ਨੇ ਗੱਲ ਸੁਣੀ ਵੀ ਬੰਦੇ ਨੇ ਏਡੀ ਗੱਲ ਕੀਤੀ ਵੀ ਜਨਮ ਹੀ ਨਿਸ਼ਫਲ ਹੋ ਜਾਏਗਾ। ਮੈਂ ਤਾਂ ਕਿਹਾ ਵੀ ਇੱਕ ਚਲੋ ਦੂਜੀ ਰਾਤ ਲਾ ਲਓ, ਮੈਂ ਤਾਂ ਕੋਈ ਵੱਡੀ ਗੱਲ ਕੀਤੀ ਨਹੀਂ ਵੀ ਕਿਹੜਾ ਐਸਾ ਕੰਮ, ਕਿੰਨੇ ਇਹ ਤੈਨੂੰ ਕਿਹਾ ਹੈ। ਔਰ ਸੰਸੇ ਪਾ ਕਰੋ ਨਿਵਾਰਣ। ਭਾਈ ਮਨਸੁਖ ਲੱਗੇ ਭਾਈ ਭਗੀਰਥ ਜੀ ਨੂੰ ਕਹਿਣ ਵੀ ਮੇਰਾ ਇਹ ਸ਼ੰਕਾ ਦੂਰ ਕਰੋ। ਜੋ ਮਾਨਵ
ਭੇਜਿਓ ਨ੍ਰਿਪਤਾਦੂ। ਜਿਸ ਮਾਨਵ ਨੇ ਜਾਂ ਕਿਸ ਤੁਹਾਨੂੰ ਸ਼ਾਹ ਨੇ ਭੇਜਿਆ ਹੈ, ਉਚਰੇ ਯੌਨ ਜਨਮ ਹੋਏ ਬਾਦੂ। ਜਿਨੇ ਤੁਹਾਨੂੰ ਕਹਿ ਦਿੱਤਾ ਵੀ ਤੁਹਾਡਾ ਜਨਮ ਨਿਸ਼ਫਲ ਹੋ ਜਾਏਗਾ। ਕੌਣ ਹੈ ਐਸਾ ਰਾਜਾ, ਕੌਣ ਹੈ ਐਸਾ ਸ਼ਾਹ, ਕਿੰਨੇ ਤੁਹਾਨੂੰ ਭੇਜਿਆ ਹੈ, ਕਿਸ ਦੇ ਭੇਜੇ ਤੁਸੀਂ ਆਏ ਹੋ, ਮੈਨੂੰ ਤੁਸੀਂ ਉਹਨਾਂ ਬਾਬਤ ਦੱਸੋ। ਸੁਨੋ ਸ਼ਾਹ ਮਮ ਸਤਿਗੁਰ ਪੂਰਾ, ਜਾਂ ਕੋ ਬਚਨ ਹੋਤ ਨੈ ਊਰਾ। ਸੁਣੋ ਸ਼ਾਹ ਜੀ, ਜਿਸ ਸਤਿਗੁਰੂ ਜੀ ਨੇ ਭੇਜਿਆ ਹੈ ਉਹਦੇ ਬੋਲੇ ਹੋਏ ਬੋਲ ਕਦੇ ਖਾਲੀ ਨਹੀਂ ਜਾਂਦੇ। ਸ਼ਾਹ ਜੀ, ਜਿਸ ਨੇ ਭੇਜਿਆ ਹੈ ਮੈਨੂੰ ਤੁਹਾਡੇ ਕੋਲ ਇਸ ਨਗਰੀ ਵੱਲੇ, ਇਸ ਲਵਪੁਰ ਸ਼ਹਿਰ ਵੱਲ, ਜਿਨ੍ਹਾਂ ਹੁਕਮ ਕੀਤਾ ਹੈ ਕਰਾਤ ਲਾਉਣ ਦਾ, ਉਹਦੇ ਘਰੋਂ ਕੋਈ ਖਾਲੀ ਨਹੀਂ ਗਿਆ। ਮੈਨੂੰ ਐਸੇ ਪੂਰੇ ਸਤਿਗੁਰੂ ਜੀਆਂ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ। ਤਿਨ ਕੀ ਆਇਸ ਜਾਨੋ ਐਸ, ਉਹਨਾਂ ਦੀ ਇਹ ਆਗਿਆ ਹੈ। ਦੂਜੀ ਨਿਸਪੁਰ ਰਹੋ ਨ ਜੈਸੇ, ਦੂਜੀ ਰਾਤ ਇੱਥੇ ਨਹੀਂ ਲਾਉਣੀ। ਸੁਨ ਕਰ ਮਨ ਸੁਖ ਬਚਨ ਬਖਾਨਾ। ਭਾਈ ਮਨਸੁਖ ਇੰਨੀ ਗੱਲ ਸੁਣ ਕੇ ਬਚਨ ਕਹਿਣ ਲੱਗੇ, ਕਲੀ ਕਾਲ ਅਤਿਸ਼ੈ ਬਲਵਾਨਾ। ਕਹਿੰਦੇ ਕਲਯੁਗ ਦੇ ਅੰਦਰ ਵੀ ਕੋਈ ਐਡਾ ਬਲੀ ਹੈ, ਹੁਣ ਦੇ ਸਮੇਂ ਵਿੱਚ ਵੀ ਕੋਈ ਹੈ, ਕੋਈ ਐਸਾ ਹੈ ਵੀ ਜਿਹਦੇ ਬੋਲੇ ਹੋਏ ਬੋਲ ਕਦੇ ਵਾਕ ਖਾਲੀ ਨਹੀਂ ਜਾਂਦੇ। ਇਸ ਮੈਂ ਐਸੋ ਕੋਈ ਨਾ ਪੂਰਾ। ਇਸ ਕਲਯੁਗ ਵਿੱਚ ਜਾਪਦਾ ਨਹੀਂ ਵੀ ਕੋਈ ਪੂਰਾ ਹੋਵੇਗਾ। ਤੂੰ ਪਾਖਤ ਜੈਸੋ ਜਸ ਰੂਰਾ, ਜਿੱਦਾਂ ਦਾ ਤੁਸਾਂ ਨੇ ਜਸ ਭਾਖਿਆ ਹੈ। ਪਉ ਸੁਮਤੇ ਨੈ ਕੀਜੇ ਸੰਸਾਰ। ਫਿਰ ਭਾਈ ਭਗੀਰਥ ਜੀਆਂ ਨੇ ਫਿਰ ਸ਼ਬਦ ਕਹੇ, ਕਹਿੰਦੇ ਨਾ ਭਾਈ ਸੱਜਣਾ, ਨਾ ਸ਼ੰਕਾ ਨਾ ਕਰ। ਜਿਸ ਕੀ ਮੈਂ ਪਾਖਤ ਸੋ ਪ੍ਰਸੰਸਾ। ਜਿਹਦੀ ਪ੍ਰਸ਼ੰਸਾ, ਜਿਹਦੇ ਬਾਬਤ, ਜਿਸ ਪੂਰੇ ਸਤਿਗੁਰੂ ਜੀ ਦੇ ਬਾਬਤ ਮੈਂ ਕਿਹਾ ਹੈ, ਉਸ ਉੱਪਰ ਸ਼ੰਕਾ ਨਹੀਂ, ਉਹਦੇ ਉੱਪਰ ਤਾਂ ਸ਼ਰਧਾ ਕਰਨੀ ਬਣਦੀ ਹੈ, ਕਿਉਂਕਿ ਉਹ ਪੂਰਾ ਹੈ। ਉਹ ਪੂਰਾ ਸਤਿਗੁਰੂ ਜੀ ਦੇ ਦੁਆਰੇ ਤੋਂ ਕੋਈ ਵੀ ਖਾਲੀ ਨਾ ਜਾਵੇ। ਤਿਸ ਮੈਂ ਤਰੋ ਜੇ ਸ਼ਰਧਾ ਪੂਰੀ। ਜੇ ਤੁਸੀਂ ਉਹਦੇ ਅੰਦਰ ਪੂਰਨ ਸ਼ਰਧਾ ਤਰੋਗੇ, ਜਗਤ ਕੋ ਬੰਧਨ ਹਰ ਹੈ ਦੂਰੀ। ਔਰ ਜਗਤ ਦੇ ਜਿੰਨੇ ਵੀ ਬੰਧਨ ਆਦ ਨੇ ਉਹ ਸਾਰਿਆਂ ਨੂੰ ਹਰ ਲੈਂਦੇ ਹਨ। ਕਲੀ ਕਾਲ ਤਾਰਨ ਕਰ ਤਾਰਾ। ਔਰ ਕਲਯੁਗ ਦੇ ਅੰਦਰ ਤਾਰਨ ਹਾਰੇ ਜਗਤ ਨੂੰ ਤਾਰਨ ਵਾਲੇ ਹਨ। ਨਿਜ ਸਰੂਪ ਕੀਨੋ ਅਵਤਾਰਾ। ਉਸ ਪਰਿਪੂਰਨ ਪਰਮਾਤਮਾ ਨੇ ਆਪਣਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਉਹ ਨਿਜ ਸਰੂਪ ਲੈ ਕਰਕੇ ਜਿਨੇ ਅਵਤਾਰ ਧਾਰਿਆ ਹੈ। ਜੈ ਕੇ ਜਾਗੇ ਭਾਗ ਮਹਾਨਾ। ਜਿਹਦੇ ਸਾਧ ਸੰਗਤ ਜਿਉ ਵੱਡੇ ਭਾਗ ਜਾਗ ਪਏ। ਸੋ ਮੈਂ ਮਾ ਜਾਣੇ ਮਤਿਵਾਨਾ। ਉਹ ਮਤਵਾਨ ਹੀ ਪੂਰੇ ਸਤਿਗੁਰ ਦੀ ਮਹਿਮਾ ਜਾਣ ਸਕਦਾ ਹੈ। ਲੋਕਿਕ ਰੀਤ ਕਰੇ ਨਿਰਬਾਹੂ। ਉਹ ਬਸ ਆਮ ਲੋਕਾਈ ਦੇ ਤਰ੍ਹਾਂ ਹੀ ਕਿਰਤ ਪਏ ਕਰਦੇ ਹਨ, ਹੈਣ ਦੂਰ ਵੀ ਨਹੀਂ ਹਨ, ਆਮ ਲੋਕਕ ਰੀਤ ਹੀ ਕਰਦੇ ਹੋਏ। ਹਿਰਦੇ ਗਿਆਨ ਕਨ ਅਗਮ ਅਥਾਉ। ਔਰ ਇੱਕ ਰਸ ਜਿਨ੍ਹਾਂ ਦੇ ਅੰਦਰ, ਹਿਰਦੇ ਦੇ ਅੰਦਰ ਗਿਆਨ ਸ਼ਰਧਾ ਹੈ। ਸਰਬ ਕਟਨ ਕੋ ਅੰਤਰ ਜਾਮੀ। ਸਾਰਿਆਂ ਘਟਾਂ ਦਾ ਅੰਤਰ ਜਾਮੀ ਮਾਲਕ। ਨਿਅੰਤਾ 14 ਲੋਕਨ ਸੁਆਮੀ। ਔਰ ਜੋ 14 ਲੋਕਾਂ ਦਾ ਸੁਆਮੀ ਹੈ। ਸੰਤ ਮਿਲਨ ਕੀ ਜੈ ਅਭਿਲਾਖਾ। ਔਰ ਜਿਨ੍ਹਾਂ ਦੇ ਅੰਦਰ ਸਾਧ ਸੰਗਤ ਜੀਓ ਮਿਲਣ ਦੀ ਅਭਿਲਾਖਾ ਹੈ ਭਾਈ ਮਨਸੁਖ ਜੀ ਦੇ ਬਾਬਤ, ਕਿਉਂਕਿ ਉਹਨਾਂ ਦਾ ਹਿਰਦਾ ਵੀ ਭਲੇ ਪੁਰਖ, ਭਲਾ ਸੁਭਾਅ ਭਾਈ ਮਨਸੁਖ ਜੀ ਦਾ ਵੀ ਸੀ। ਅਸਮਨ ਸੁਖ ਬੋਰੋਂ ਬਚ ਭਾਖਾ। ਅਜਿਹੇ ਭਾਈ ਮਨਸੁਖ ਜੀਆਂ ਨੇ ਫਿਰ ਸ਼ਬਦ ਕਹੇ, ਜੇ ਮੁਝ ਦੇ ਕਛ ਕਲਾ ਦਿਖਾਈ। ਔਰ ਫਿਰ ਹਿਰਦੇ ਦੇ ਅੰਦਰ ਆ ਗਿਆ, ਕਹਿੰਦੇ ਜੇ ਭਾਈ ਭਗੀਰਥ ਜੀ ਨੂੰ ਲੱਗੇ ਹੌਲੀ ਜੀ ਕਹਿਣ, ਕਹਿੰਦੇ ਜੇ ਕਿਤੇ ਮੈਨੂੰ ਥੋੜੀ ਜੀ ਕਲਾ ਵਿਖਾ ਦੇਣਾ ਫਿਰ ਮੇਰੀ ਸ਼ਰਧਾ ਬਣ ਆਏ। ਜੇਕਰ ਮੈਨੂੰ ਕੁਝ ਵਿਖਾਲ ਦੇਣ ਫਿਰ ਮੇਰੀ ਪੂਰਨ ਸ਼ਰਧਾ ਸਤਿਗੁਰੂ ਜੀ ਦੇ ਉੱਪਰ ਬਣ ਆਏ। ਤਬ ਹੋ ਮੈਂ ਸਿੱਖ ਇਤਲਾਈ। ਕਹਿੰਦੇ ਫਿਰ ਮੈਂ ਉਹਨਾਂ ਦਾ ਸਿੱਖ ਬਣਾ, ਫਿਰ ਮੈਂ ਉਹਨਾਂ ਦੇ ਚਰਨੀ ਢਹਿ ਪਵਾਂ,
ਕਿਵੇਂ? ਜੇਕਰ ਮੈਨੂੰ ਕੁਛ ਉਜਾਰੀ ਕਲਾ ਵਿਖਾ ਦੇਣ। ਦੰਬੀ ਸਾਧ ਮਿਲੇ ਬਹੁ ਤੇਰੇ। ਤੇ ਮੈਨੂੰ ਇਸ ਕਲੀ ਕਾਲ ਦੇ ਅੰਦਰ ਦੰਭੀ ਸਾਧ ਹੀ ਮਿਲੇ ਹਨ, ਪੂਰਾ ਸਤਿਗੁਰ ਨਹੀਂ ਮਿਲਿਆ। ਸ਼ਾਂਤ ਨ ਪ੍ਰਾਪਤ ਭੀ ਕਹਿ ਹੇਰੇ। ਉਹਨਾਂ ਕੋਲੋਂ ਕਿਸੇ ਕੋਲੋਂ ਵੀ ਮੈਨੂੰ ਸ਼ਾਂਤੀ ਪ੍ਰਾਪਤ ਨਹੀਂ ਹੋਈ। ਜਾਂ ਤੇ ਮੁਝੇ ਨ ਉਪਜਿਤ ਪ੍ਰੀਤਾ। ਕਰਕੇ ਮੈਨੂੰ ਹਿਰਦੇ ਅੰਦਰ ਉਹਨਾਂ ਪ੍ਰਤੀ ਅਜੇ ਪ੍ਰੀਤ ਨਹੀਂ ਉਪਜੀ। ਬਿਨ ਅਜ਼ਮਤ ਨੈ ਹੋਤ ਪ੍ਰਤੀਤਾ। ਬਿਨ ਦੇਖਾ ਉਪਜੈ ਨਹੀਂ ਆਸਾ। ਕਹਿੰਦੇ ਮੈਨੂੰ ਅਜੇ ਤੱਕ ਉਹਨਾਂ ਉੱਪਰ ਪ੍ਰੀਤ ਸਾਧ ਸੰਗਤ ਇਸ ਕਰਕੇ ਨਹੀਂ ਵੀ ਮੈਨੂੰ ਜੇਕਰ ਉਹ ਕੋਈ ਕਲਾ ਵਿਖਾ ਦੇਣ। ਬਿਨ ਅਜ਼ਮਤ ਨਾ ਹੋਏ ਪ੍ਰਤੀਤਾ, ਬਿਨਾਂ ਅਜ਼ਮਤ ਤੋਂ ਮੈਨੂੰ ਪ੍ਰਤੀਤ ਨਹੀਂ ਆਉਣੀ। ਕਹਿਤ ਭਗੀਰਥ ਸ਼ਾਹ ਸੁਨੀਜੈ। ਫਿਰ ਗੁਰੂ ਕੇ ਸਿੱਖ ਭਾਈ ਭਗੀਰਥ ਨੇ ਕਿਹਾ, ਸ਼ਾਹ ਜੀ ਤੁਸੀਂ ਧਿਆਨ ਨਾਲ ਬਚਨ ਸੁਣੋ। ਹਿਰਦੇ ਕੁਤਰਕਨ ਦੂਰ ਕਰੀਜੇ। ਆ ਹਿਰਦੇ ਦੇ ਅੰਦਰ ਜੋ ਸ਼ੰਕਾ ਪੈਦਾ ਹੋਈ ਹੈ ਨਾ ਪੂਰੇ ਸਤਿਗੁਰ ਦੇ ਪ੍ਰਥਾਏ, ਇਹਨੂੰ ਤੁਸੀਂ ਦੂਰ ਕਰ ਦਿਓ। ਉਹ ਪੂਰਾ ਹੈ। ਫਰਕ ਕਿੱਥੇ ਹੈ? ਫਰਕ ਹੈ ਤੁਹਾਡੇ ਵੇਖਣ ਦੇ ਵਿੱਚ, ਫਰਕ ਹੈ ਤੁਹਾਡੇ ਤੱਕਣ ਦੇ ਅੰਦਰ, ਤੁਹਾਡੇ ਹਿਰਦੇ ਦੇ ਅੰਦਰ ਫਰਕ ਹੈ। ਉਹਦੇ ਉੱਪਰ ਤੁਸੀਂ ਲੱਖ ਤੁਸੀਂ ਕੁਤਰਕਾਂ ਕਰੀ ਜਾਓ, ਉਹਦੇ ਉੱਪਰ ਲੱਖ ਤੁਸੀਂ ਸ਼ੱਕ ਕਰੀ ਜਾਓ। ਆ ਸੰਸਾਰ ਸਾਧ ਸੰਗਤ ਜੀਓ ਬੜਾ ਸੋਹਣਾ ਆਪਾਂ ਅੱਖ ਨਾਲ ਵੇਖਨੇ ਆ। ਇਸੇ ਅੱਖ ਦੇ ਅੰਦਰ ਕੁਝ ਪੈ ਜਾਏ, ਕੱਖ ਪੈ ਜਾਏ ਤੇ ਫਿਰ ਸਾਫ਼ ਦਿਖਾਈ ਨਹੀਂ ਦਿੰਦਾ, ਧੁੰਦਲਾ ਧੁੰਦਲਾ ਦਿਖਾਈ ਦਵੇਗਾ। ਤੇ ਕੋਲੋਂ ਬੰਦਾ ਕਹਿ ਦਵੇ ਵੀ ਆ ਜਗਤ ਹੀ ਧੁੰਦਲਾ ਹੋ ਗਿਆ। ਜਗਤ ਧੁੰਦਲਾ ਤਾਂ ਨਹੀਂ ਨਾ ਹੋਇਆ, ਭਲਿਆ ਤੇਰੀ ਅੱਖ ਦੇ ਅੰਦਰ ਕੁਝ ਪਿਆ ਹੈ। ਉਹ ਧੁੰਦਲਾ ਨਹੀਂ ਹੈ, ਉਹ ਤਾਂ ਉਸੇ ਤਰ੍ਹਾਂ ਜਗਤ ਤਾਂ ਉਸੇ ਤਰ੍ਹਾਂ ਸਾਫ਼ ਹੈ। ਆਪਣੇ ਹਿਰਦੇ ਦੇ ਅੰਦਰ ਹੈ ਭਾਈ ਤੂੰ ਕਿਸੇ ਤਰ੍ਹਾਂ ਦਾ ਕੁਤਰਕ ਨਾ ਕਰ। ਸ਼ਰਧਾ ਧਾਰ ਦੇਖੀਏ ਦਰਸ਼ਨ। ਪੂਰਨ ਸ਼ਰਧਾ ਧਾਰ ਕੇ ਦਰਸ਼ਨ ਵੇਖੋ। ਬਿਨੇ ਸਹਿਤ ਕੀਜੇ ਪਗ ਪਰਸਨ। ਔਰ ਬਿਨੈ ਸਹਿਤ ਤੁਸੀਂ ਮਾਲਕ ਜੀ ਦੇ ਚਰਨ ਸਪਰਸ਼ ਕਰੋ। ਬਚਨ ਸੁਨਤ ਪ੍ਰਾਪਤ ਹੋਏ ਸ਼ਾਂਤਾ। ਬਚਨ ਸੁਣ ਕੇ ਨਾ ਭਾਈ ਮਨਸੁਖ ਜੀਆਂ ਦੇ ਹਿਰਦੇ ਅੰਦਰ ਥੋੜੀ ਸ਼ਾਂਤੀ ਆਈ। ਬਚਨ ਸੁਣ ਕੇ ਭਾਈ ਭਗੀਰਥ ਜੀ ਦੇ ਸ਼ਾਹ ਜੀ ਜੋ ਸ਼ਾਹ ਭਾਈ ਮਨਸੁਖ ਨੇ ਉਹਨਾਂ ਹਿਰਦੇ ਅੰਦਰ ਸ਼ਾਂਤੀ ਆਈ। ਨਿਜ ਸਰੂਪ ਕੀ ਪਾਵੇਂ ਗਿਆਤਾ। ਆਪਣੇ ਤੂੰ ਨਿਜ ਸਰੂਪ ਦਾ ਤੂੰ ਧਿਆਨ ਧਰ ਲਵੇਂਗਾ। ਜੇਕਰ ਕਲਾ ਚੈਤ ਤੁਮ ਦੇਖਾ। ਔਰ ਭਾਈ ਮਨਸੁਖ ਸ਼ਾਹ ਜੀ ਜੇ ਤੁਸੀਂ ਕੁਝ ਕਲਾ ਵੇਖਣੀ ਵੀ ਹੋਈ, ਯੈ ਕੁਛ ਬਾਤ ਨ ਤਹਾਂ ਵਿਸ਼ੇਖਾ। ਇਹ ਤਾਂ ਗੱਲ ਹੀ ਕੁਝ ਨਹੀਂ, ਇਹ ਤਾਂ ਬਾਤ ਹੀ ਕੁਝ ਨਹੀਂ। ਜੇਕਰ ਤੂੰ ਕੁਝ ਤੱਕਣਾ ਹੈ, ਵੇਖਣਾ ਹੈ ਉਹਨਾਂ ਦੀ ਕਲਾ, ਇਹ ਤਾਂ ਬਹੁਤ ਤੂੰ ਨਿੱਕੀ ਜੀ ਗੱਲ ਹੈ। ਉਦਤ ਨਿਕਟ ਤੇ ਜਲ ਕਨ ਜੋਈ। ਜਿਵੇਂ ਕੋਈ ਵੱਡੇ ਸਮੁੰਦਰ ਦੇ ਵਿੱਚੋਂ ਜਾਚੇ ਤਾਂ ਨਾ ਘਾਟੋ ਕੋਈ। ਹੁਣ ਵੱਡੇ ਸਮੁੰਦਰ ਦੇ ਵਿੱਚੋਂ ਕੋਈ ਘੜਾ ਭਰ ਲਏ ਕੁਝ ਘਟ ਜਾਏਗਾ। ਸਤਿਗੁਰੂ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਇਸ ਪ੍ਰਕਾਰ ਹੈ। ਕੋਈ ਕਲਾਵਾਦ ਇਹਦੀ ਕੋਈ ਵੱਡੀ ਗੱਲ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਵਾਸਤੇ ਦਿੜ ਨਿਸ਼ਚਾ ਕਰ ਚੱਲ ਮੁਝ ਸੰਗਾ। ਚੱਲ ਫਿਰ ਭਾਈ ਮਨਸੁਖ ਸ਼ਾਹ ਜੀ ਜੇ ਹਿਰਦੇ ਅੰਦਰ ਐਸਾ ਹੈ, ਚਲੋ ਮੇਰੇ ਸੰਗ, ਤੁਸੀਂ ਨਾਲ ਆਪਾਂ ਚੱਲਦੇ ਹਾਂ। ਪੁਰੇ ਸਤਿਗੁਰ ਤੋਰਿਓ ਮੰਗਾ। ਸਤਿਗੁਰ ਤੇਰੀਆਂ ਮੰਗਾਂ ਉਮੰਗ ਹਿਰਦੇ ਦੀ ਮੰਗ ਹਿਰਦੇ ਦੇ ਤੇਰੀ ਚਾਹਨਾ ਪੂਰੀ ਕਰਨਗੇ। ਮਨ ਸੁਖ ਸੁਨ ਕਰ ਸ਼੍ਰੋਨਨ ਬੈਨਾ। ਸ਼ਾਹ ਜੀਆਂ ਨੇ ਭਾਈ ਮਨਸੁਖ ਜੀਆਂ ਨੇ ਕੰਨਾਂ ਨਾਲੇ ਬਚਨ ਸੁਣੇ। ਚਲਨ ਚਾਹ ਪੀ ਟਿਗ ਗੁਣ ਐਨਾ। ਔਰ ਹਿਰਦੇ ਅੰਦਰ ਚਾਹਨਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਤਿਗੁਰੂ ਜੀਆਂ ਦੇ ਬਾਬਤ ਸੁਣਿਆ, ਉਹਦੇ ਦੀਦਾਰ ਪਾਉਣ ਦੀ। ਕਰ ਸੰਭਾਖਣ ਆਪਸ ਮਾਈ। ਆਪਸ ਦੇ ਅੰਦਰ ਸਾਧ ਸੰਗਤ ਜੀਓ ਇਸ ਪ੍ਰਕਾਰ ਗੱਲਬਾਤ ਕਰਦਿਆਂ ਅਸਨ ਅਚਿਓ ਕੀਏ ਮੈਨ ਤਹਾਹੀ। ਔਰ ਭਾਈ ਭਗੀਰਥ ਜੀ ਵੀ ਰਾਤ ਭਾਈ ਮਨਸੁਖ ਜੀਆਂ ਦੇ ਘਰ ਉੱਥੇ ਹੀ ਠਹਿਰ ਕੇ ਰਾਤਰੀ ਭੋਜਨ ਛਕਿਆ ਔਰ ਰਾਤਰੀ ਵਿਸ਼ਰਾਮ ਕੀਤਾ। ਔਰ ਹੋ ਤੋਟ ਕੀਨ ਇਸ਼ਨਾਨਾ। ਸਵੇਰ ਹੋਈ ਇਸ਼ਨਾਨ ਪਾਣ ਕਰਕੇ ਸੋਜ ਬਨਜ ਲੀਨੀ ਬਿਦ ਨਾਨਾ। ਔਰ ਜਿੰਨਾ ਵੀ ਕੋਈ ਸੌਂਜ ਸਮਗਰੀ ਸੀ ਸਾਰੀ
ਬੰਨ ਲਈ। ਮਨ ਸੁਖ ਕਹੇ ਭਗੀਰਥ ਸੰਗਾ। ਉਹ ਸ਼ਾਹ ਜੀਆਂ ਨੇ, ਮਨਸੁਖ ਜੀਆਂ ਨੇ ਭਾਈ ਭਗੀਰਥ ਜੀ ਨੂੰ ਬਚਨ ਕੀਤਾ। ਇੱਕ ਚੂੜਾ ਮਮ ਸਦਨ ਸੋ ਰੰਗਾ। ਕਹਿੰਦੇ ਇੱਕ ਬੜਾ ਸੋਹਣਾ ਰੰਗੀਨ, ਬੜਾ ਸੋਹਣਾ ਮੇਰੇ ਕੋਲ ਇੱਕ ਚੂੜਾ ਹੈ। ਤਾਂ ਕੋ ਵੇਚਨ ਕਰੋ ਕਦਾਏ ਨਾ। ਕਹਿੰਦੇ ਉਹ ਬੜਾ ਸੋਹਣਾ ਘੜਿਆ ਗਿਆ, ਮੇਰਾ ਚਿੱਤ ਨਹੀਂ ਕਰਦਾ ਵੀ ਮੈਂ ਉਹਨੂੰ ਵੇਚਾਂ। ਬਾਕੀ ਤਾਂ ਤਿਆਰ ਨਹੀਂ ਹਨ, ਉਹਨੂੰ ਤਿਆਰ ਕਰਨ, ਬਾਕੀ ਚੂੜੇ ਤਿਆਰ ਕਰਨ ਲੱਗਿਆ ਟਾਈਮ ਲੱਗੇਗਾ, ਪਰ ਇੱਕ ਮੇਰੇ ਕੋਲ ਹੈ, ਪਰ ਮੈਂ ਉਹਨੂੰ ਵੇਚਣਾ ਨਹੀਂ ਚਾਹੁੰਦਾ। ਸੋ ਮੈਂ ਦੇਵੋ ਤਿਨੇ ਉਪਾਇਨ। ਕਹਿੰਦੇ ਮੈਂ ਉਹ ਤੇਰੇ ਪੂਰੇ ਸਤਿਗੁਰੂ ਜੀਆਂ ਨੂੰ ਭੇਟ ਕਰ ਦਵਾਂਗਾ। ਅਪਰ ਖਰੀਦਨ ਜੇ ਮਤ ਤੇਰੀ। ਜੇਕਰ ਤੇਰੀ ਇੱਛਾ ਹੈ ਹੋਰ ਖਰੀਦਣ ਦੀ। ਦੂਜੀ ਨਿਸਾ ਬਸਨ ਹੋਏ ਦੇਰੀ। ਪਰ ਦੂਜੀ ਨਿਸ਼ਾ ਤੈਨੂੰ ਉੱਥੇ ਠਹਿਰਨੀ ਪਵੇਗੀ, ਤੁਸੀਂ ਉਹ ਰਾਤ ਲਾਉਣ ਵਾਸਤੇ ਤਿਆਰ ਨਹੀਂ ਹੋ। ਸੁਨੋ ਸੁਨਤ ਭਗੀਰਥ ਪਾਖੀ ਬਾਨੀ। ਭਾਈ ਭਗੀਰਥ ਜੀਆਂ ਨੇ ਬਚਨ ਕੀਤੇ। ਤਸ ਕਰੀਏ ਜਸ ਬਿਦ ਮਨ ਠਾਨੀ। ਭਾਈ ਭਗੀਰਥ ਜੀ ਲੱਗੇ ਕਹਿਣ, ਭਾਈ ਮਨਸੁਖ ਜੀ ਜਿੱਦਾਂ ਤੁਹਾਡੀ ਇੱਛਾ। ਸਮਝਦਾ ਭਾਈ ਭਗੀਰਥ ਜੀ ਵੀ ਗਏ ਵੀ ਕਹਿਣਾ ਕੀ ਚਾਹੁੰਦਾ, ਵੀ ਭੇਟਾ ਕਿਵੇਂ ਕਰਾਂਗਾ। ਕਹਿੰਦੇ ਕੋਈ ਗੱਲ ਨਹੀਂ ਭਾਈ ਮਨਸੁਖ ਜੀ, ਜਿੱਦਾਂ ਤੁਹਾਡੀ ਇੱਛਾ ਤੁਸੀਂ ਉਦਾਂ ਕਰੋ। ਵਿਆਹ ਸੋਜ ਲੈ ਕਰ ਸਭ ਰੂਰੀ। ਸਾਰੀ ਸੌਜ ਸਮਗਰੀ ਲੈ ਕਰਕੇ ਸਾਧ ਸੰਗਤ ਜੀਓ। ਮਗ ਗਮਨੇ ਯੁਗ ਜਿਨ ਮਤ ਪੂਰੀ। ਚੰਗੀ ਮਤ, ਸ੍ਰੇਸ਼ਟ ਮਤ ਵਾਲੇ ਲਾਹੌਰ ਦੀ ਧਰਤੀ ਤੋਂ ਸੁਲਤਾਨਪੁਰ ਨੂੰ ਚਾਲਾ ਮਾਰਿਆ। ਮਨ ਸੁਖ ਕਹੇ ਲਏ ਮੁਝ ਨਾਮਾ। ਔਰ ਆਉਂਦਿਆਂ ਆਉਂਦਿਆਂ ਰਸਤੇ ਦੇ ਅੰਦਰ ਭਾਈ ਮਨਸੁਖ ਜੀਆਂ ਨੇ ਭਾਈ ਭਗੀਰਥ ਨੂੰ ਸ਼ਬਦ ਕਹੇ। ਕਹਿੰਦੇ ਚਲੋ ਬਾਕੀ ਛੱਡੋ, ਜੇਕਰ ਤੇਰੇ ਸਤਿਗੁਰੂ ਮੈਨੂੰ ਮੇਰਾ ਨਾਮ ਲੈ ਕੇ ਪੁਕਾਰ ਦੇਣਾ, ਕਿਉਂਕਿ ਚਲੋ ਅੱਜ ਵਾਲਾ ਸਮਾਂ ਤਾਂ ਸੀ ਨਹੀਂ ਵੀ ਕੋਈ ਕਮਿਊਨੀਕੇਸ਼ਨ ਦੇ ਸਾਧਨ ਹੋਣਗੇ ਵੀ ਫੋਨ, ਕਿਸੇ ਫੋਨ ਕਰ ਦਿੱਤਾ ਵੀ ਫਲਾਣੇ ਕੋਲੋਂ ਵਸਤੂ ਮਿਲੀ, ਫਲਾਣੇ ਥਾਂ ਪਹੁੰਚਾਂਗੇ, ਇਦਾਂ ਤਾਂ ਸੀ ਨਹੀਂ। ਕਹਿੰਦੇ ਜੇਕਰ ਤੇਰਾ ਪੂਰਾ ਸਤਿਗੁਰੂ ਮੇਰਾ ਨਾਮ ਲੈ ਕੇ ਮੈਨੂੰ ਬੁਲਾਉਣਗੇ। ਕਰੇ ਅਵਾਹਨ ਜੇ ਸੁਖ ਤਾਮਾ। ਜੇ ਸੁਖਾਂ ਦਾ ਧਾਮ ਮੈਨੂੰ ਮੇਰਾ ਨਾਮ ਲੈ ਕੇ ਆਵਾਜ਼ ਮਾਰਨਗੇ। ਦਿੜ ਪ੍ਰਤੀਤ ਤਬ ਉਰ ਮੈਂ ਜਾਗੇ। ਫਿਰ ਮੇਰੇ ਹਿਰਦੇ ਅੰਦਰ ਪ੍ਰੀਤ ਤੇ ਪ੍ਰਤੀਤ ਜਾਗੇ। ਸਤ ਜਾਨੋ ਮੈਂ ਇਹ ਦੁੱਖ ਦਾਗੇ। ਔਰ ਮੈਂ ਜਾਣ ਲਵਾਂਗਾ ਵੀ ਮੇਰਾ ਇਹ ਦੁੱਖ ਦੂਰ ਕਰਨਗੇ। ਅਸਬਿਦ ਉਚਰਤ ਆਪਸ ਮਾਈ। ਸਾਧ ਸੰਗਤ ਜੀਓ ਇਸ ਪ੍ਰਕਾਰ ਗੱਲਾਂ ਬਾਤਾਂ ਕਰਦੇ, ਹੋਰ ਬਾਤਾਂ ਕਰਦੇ ਲਾਹੌਰ ਦੀ ਧਰਤੀ ਤੋਂ ਸੁਲਤਾਨਪੁਰ ਨੂੰ ਪਹੁੰਚੇ। ਤਜ ਮਾਰਗ ਪਹੁੰਚੇ ਪੁਰ ਪਾਈ। ਔਰ ਨਗਰੀ ਅੰਦਰ ਹੁਣ ਜੂਹ ਵਿੱਚ ਪਹੁੰਚ ਗਏ। ਜੈ ਆਪਨ ਪਰ ਦੀਨ ਦਿਆਲਾ। ਔਰ ਜਿੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਹੱਟ ਤੇ ਬੈਠੇ ਸਨ। ਤੈਂ ਆਏ ਚੱਲ ਕਰ ਤਤਕਾਲਾ। ਔਰ ਜਿਸ ਥਾਂ ਤੇ ਅੱਜ ਗੁਰਦੁਆਰਾ ਹੱਟ ਸਾਹਿਬ ਹੈ, ਉਸ ਥਾਂ ਭਾਈ ਮਨਸੁਖ ਤਥਾ ਭਾਈ ਭਗੀਰਥ ਜੀ ਲਾਹੌਰ ਦੀ ਧਰਤੀ ਤੋਂ ਆਏ ਹਨ। ਅਵਲੋਕਤ ਪੇ ਉਤਪਲ ਲੋਚਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਤੱਕਿਆ ਹੈ। ਬਚਨ ਉਚਾਰੇ ਭ੍ਰਮੇ ਵਿਮੋਚਨ। ਔਰ ਭਰਮ ਦੂਰ ਕਰਨ ਵਾਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਬਚਨ ਕੀਤੇ। ਆਓ ਭਗੀਰਥ ਪਾਰੇ ਉਪਕਾਰੀ। ਮਨ ਮਲਿਆਗਰ ਰੀਤ ਵਿਚਾਰੀ। ਮਹਾਰਾਜ ਜੀਆਂ ਨੇ ਕੋਲ ਆਏ, ਹੱਟ ਦੇ ਉੱਪਰ ਆਏ। ਮਹਾਰਾਜ ਜੀਆਂ ਨੇ ਵੇਖ ਕੇ ਨਾ ਦੂਰੋਂ, ਆਓ ਭਾਈ ਭਗੀਰਥ ਜੀ ਆਓ, ਤੁਹਾਡਾ ਹਿਰਦਾ ਚੰਦਨ ਦੀ ਤਰ੍ਹਾਂ ਹੈ। ਜਿੱਥੇ ਤੁਸੀਂ ਆਪ ਸੁਗੰਧੀ ਸਿੱਖੀ ਦੀ ਛੱਡ ਰਹੇ ਹੋ, ਤੁਸੀਂ ਹੋਰਨਾਂ ਨੂੰ ਵੀ ਸਿੱਖੀ ਨਾਲ ਤੁਸੀਂ ਲਬਰੇਜ਼ ਪਏ ਕਰ ਰਹੇ ਹੋ। ਤੁਸੀਂ ਆਪ ਤਾਂ ਹੋ ਹੀ, ਔਰ ਜਿਵੇਂ ਚੰਦਨ ਦਾ ਸੁਭਾਅ ਹੈ, ਹੋਰਨਾਂ ਨੂੰ ਵੀ ਸੁਗੰਧੀ ਨਾਲ ਲਬਰੇਜ਼ ਕਰਦਾ ਹੈ। ਤੁਹਾਡੇ ਤੋਂ ਵੀ ਸਿੱਖੀ ਦੀ ਵਾਸ਼ਨਾ, ਚੰਦਨ ਦੀ ਖੁਸ਼ਬੂ ਪਈ ਆਉਂਦੀ ਹੈ। ਪੂਰਬ ਤੋਂ ਮਨ ਸੁਖ ਏਕਾਚਾ। ਇਸ਼ਾਰਾ ਕਰਕੇ ਨਾ ਭਾਈ ਮਨਸੁਖ ਵੱਲ ਮਹਾਰਾਜ ਕਹਿਣ ਲੱਗੇ, ਪੂਰਬ ਤੋਂ ਇਹ ਮਨ ਸੁਖ ਕਾਚਾ। ਕਹਿੰਦੇ ਪਹਿਲਾਂ ਕੱਚਾ ਸੀ, ਇਹ ਭਾਈ ਮਨਸੁਖ ਪਹਿਲਾਂ ਕੱਚਾ ਸੀ। ਕਿਉ ਨਾਮ ਚਾਹੇ ਤੇ ਅਬ ਸਾਚਾ। ਕਹਿੰਦੇ ਹੁਣ ਆਪਣਾ ਇਹ ਨਾਮ ਸੱਚਾ ਕਰਨਾ ਚਾਹੁੰਦਾ ਹੈ। ਹਕੀਕਤ ਵਿੱਚ ਜਿਹੜਾ ਨਾਮ ਇਹਦਾ ਹੈ ਨਾ, ਮਾਨ ਸੁਖ,
ਮਹਾਰਾਜ ਜੀ ਨੇ ਉਹ ਸ਼ਬਦ ਕਹੇ, ਨਾ ਮਨ ਸੁਖ, ਨਾਮ ਹੀ ਇਕੱਲਾ ਮਨ ਸੁਖ ਹੈ ਕਿ ਮਨ ਵਿੱਚ ਕੋਈ ਸੁਖ ਹੈ ਵੀ ਕਿ ਨਹੀਂ। ਇਹ ਭਾਈ ਮਨਸੁਖ ਜੀ, ਨਾਮ ਹੀ ਇਕੱਲਾ ਮਨ ਸੁਖ ਧਰਾਇਆ ਹੈ ਕਿ ਮਨ ਵਿੱਚ ਹੈ ਕੋਈ ਸੁਖ ਦੀ ਕੋਈ ਨਿਸ਼ਾਨੀ। ਹੁਣ ਮਹਾਰਾਜ ਲੱਗੇ ਕਹਿਣ, ਹੁਣ ਇਹ ਆਪਣਾ ਨਾਮ ਸੱਚਾ ਕਰਨਾ ਚਾਹੁੰਦਾ ਹੈ, ਜੋ ਇਹਦਾ ਨਾਮ ਹੈ ਉਸੇ ਅਨੁਸਾਰ ਜੀਵਨ ਜਿਉਣਾ ਚਾਹੁੰਦਾ ਹੈ। ਜਾਂ ਤੇ ਆਨਿਓ ਆਪਣੇ ਸੰਗਾ। ਹੇ ਭਾਈ ਭਗੀਰਥ, ਇਹਨੂੰ ਨਾਲ ਹੀ ਤੁਸੀਂ ਸ਼ਾਹ ਜੀ ਨੂੰ ਵੀ ਨਾਲ ਹੀ ਲੈ ਆਇਓ। ਸੌਜ ਸਮਗਰੀ ਤਾਂ ਲਿਆਉਣੀ ਸੀ, ਸ਼ਾਹ ਨੂੰ ਵੀ ਤੁਸੀਂ ਨਾਲ ਲੈ ਆਏ ਹੋ। ਧਨ ਸੰਤ ਮਤ ਕੀਟੀ ਭ੍ਰਿੰਗਾ। ਔਰ ਕਹਿੰਦੇ ਧਨ ਹੈ ਤੁਹਾਡੀ ਮਤ, ਜਿਸ ਪ੍ਰਕਾਰ ਇੱਕ ਭ੍ਰਿੰਗੀ ਕੀੜਾ ਆਪਣੇ ਨਾਲ ਹੋਰਨਾਂ ਨੂੰ ਵੀ ਤੋਰ ਲੈਂਦਾ, ਤੁਹਾਡੀ ਵੀ ਭਲੀ ਸ੍ਰੇਸ਼ਟ ਮਤ ਹੈ। ਸੁਨ ਬਚਤਾਏ ਚਰਨ ਲਪਟਾਏ। ਭਾਈ ਮਨਸੁਖ ਸਾਰਾ ਕੁਝ ਭੁੱਲ ਕੇ ਬਸ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨਾਂ ਨੂੰ ਘੁੱਟ ਕੇ ਪਕੜ ਲਿਆ। ਸਤਿ ਸ੍ਰੀ ਅਕਾਲ। ਜਦੋਂ ਸ਼ਹਿਨशाह ਜੀਆਂ ਦੀ ਮੁਬਾਰਕ ਰਸਨਾ ਤੋਂ ਆਪਣਾ ਨਾਮ ਸੁਣਿਆ, ਭਾਈ ਮਨਸੁਖ ਸਾਰਾ ਕੁਝ ਸੌਜ ਸਮਗਰੀ ਰੱਖ ਕੇ ਧੰਨ ਗੁਰੂ ਨਾਨਕ ਜੀਆਂ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ। ਹਿਰਦੇ ਅੰਦਰ ਸੀ ਨਾ ਵਿਚਾਰ, ਜੇ ਮਹਾਰਾਜ ਕਿਤੇ ਮੇਰਾ ਨਾਮ ਹੀ ਲੈ ਲੈਣ। ਸਤਿਗੁਰੂ ਮਹਾਰਾਜ ਜੀਆਂ ਨੇ ਭਾਈ ਮਨਸੁਖ ਜੀ ਦਾ ਨਾਮ ਲਿਆ, ਸਤਿਗੁਰੂ ਮਹਾਰਾਜ ਜੀਆਂ ਦੇ ਚਰਨਾਂ ਪਰ ਧਾ ਪਏ। ਮਨੋ ਮਿਲਿਓ ਜਲ ਅਧਿਕ ਤਿਸਾਏ। ਇਸ ਪ੍ਰਕਾਰ ਚਰਨਾਂ ਤੇ ਢਹਿ ਪਏ, ਜਿਵੇਂ ਬੜੇ ਜੇਠ ਹਾੜ ਦੇ ਮਹੀਨੇ ਅੰਦਰ ਤਸਾਏ ਨੂੰ ਕੋਈ ਪਾਣੀ ਪਿਆ ਦਵੇ। ਬਿਹਾ ਸੋਜ ਤਰ ਦੀਨ ਅਗਾਰੀ। ਔਰ ਜਿੰਨਾ ਵੀ ਸਾਜੋ ਸਮਾਨ ਸੀ ਵਿਆਹ ਦੀ ਸੌਂਜ ਸਮਗਰੀ ਚਰਨਾਂ ਤੇ ਰੱਖ ਦਿੱਤੀ। ਬੌਰ ਭਗੀਰਥ ਗਿਰਾ ਉਚਾਰੀ। ਔਰ ਫਿਰ ਭਾਈ ਭਗੀਰਥ ਜੀ ਨੂੰ ਸ਼ਬਦ ਕਹੇ, ਅਵਰ ਸਰਬ ਰਾਵਰ ਕੋ ਗਿਆਤਾ। ਸ਼ਹਿਨशाह ਜੀ, ਹੋਰ ਤੁਸੀਂ ਸਭ ਕੁਝ ਮਾਲਕ ਜੀ ਘਟ ਘਟ ਦੀਆਂ ਜਾਣਨ ਹਾਰੇ ਹੋ। ਕਹਿਨ ਬਨੇ ਨੈ ਮਮ ਸੁਖ ਦਾਤਾ। ਲੇਕਿਨ ਸਤਿਗੁਰੂ ਜੀ ਮੈਂ ਕੀ ਬੋਲ ਸਕਦਾ ਹਾਂ। ਨਾਮ ਪਤਿਤ ਪਾਵਨ ਸੁਨ ਸ਼੍ਰੋਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਦਾ ਮੁਬਾਰਕ ਨਾਮ ਕੰਨੀ ਸੁਣਿਆ। ਇਹ ਆਵਾ ਤੁਮਰੋ ਸਿਖੋਨੇ। ਭਾਈ ਭਗੀਰਥ ਜੀ ਫਿਰ ਮਹਾਰਾਜ ਜੀਆਂ ਨੂੰ ਲੱਗੇ ਕਹਿਣ, ਸਤਿਗੁਰੂ ਆਪ ਜੀਆਂ ਬਾਬਤ ਸੁਣ ਕਰਕੇ ਆਪ ਜੀ ਦੀ ਮਹਿਮਾ ਜਸ ਸੁਣਿਆ ਹੈ। ਭਾਈ ਮਨਸੁਖ ਨੇ ਆਪ ਜੀਆਂ ਦੇ ਚਰਨਾਂ ਦਾ ਭੋਰਾ ਹੋਣ ਵਾਸਤੇ ਆਇਆ ਹੈ। ਸ਼੍ਰੀ ਗੁਰ ਕਰ ਤਿਨ ਕੋ ਸਨਮਾਨਾ। ਸਤਿਗੁਰੂ ਜੀਆਂ ਨੇ ਆਪਣੇ ਮੁਬਾਰਕ ਹੱਥਾਂ ਨਾਲ ਸਨਮਾਨ ਕੀਤਾ ਭਾਈ ਮਨਸੁਖ ਜੀ ਦਾ। ਬੌਰ ਹਕਾਰ ਲਿਓ ਮਰਦਾਨਾ। ਫਿਰ ਭਾਈ ਮਰਦਾਨਾ ਜੀ ਜਿਹੜੇ ਬੈਠੇ ਸਨ, ਛੇਤੀ ਸਮਾਨ ਲੈ ਕੇ ਪਿੰਡ ਨੂੰ ਜਾਣਾ ਸੀ, ਨਗਰੀ ਨੂੰ, ਭਾਈ ਮਰਦਾਨਾ ਸਾਹਿਬ ਨੂੰ ਆਵਾਜ਼ ਮਾਰੀ। ਬਿਹਾ ਸੋਜ ਦੀਨੀ ਕਰ ਪੂਰੀ। ਔਰ ਜੋ ਵੀ ਸੀ ਸਾਰੀ ਉਸੇ ਲਿਸਟ ਅਨੁਸਾਰ ਕਾਗਜ਼ ਤੇ ਜਿੰਨਾ ਵੀ ਭਾਈ ਮਰਦਾਨਾ ਸਾਹਿਬ ਜੀ ਨੇ ਲਿਖਿਆ ਸੀ, ਮਹਾਰਾਜ ਕਹਿੰਦੇ ਭਾਈ ਮਰਦਾਨਾ ਸਾਹਿਬ ਪੜ੍ਹ ਲਓ, ਵੇਖ ਲਓ, ਸਾਰਾ ਕੁਝ ਪੂਰਾ ਹੈ। ਹਰਕਤ ਪਇਓ ਬਿਲੋਕਤ ਰੂਰੀ। ਭਾਈ ਮਰਦਾਨਾ ਜੀ ਬੜੇ ਪ੍ਰਸੰਨ ਹੋਏ ਵੀ ਚਲੋ ਧੀ ਦੇ ਵਿਆਹ ਦੇ ਕਾਰਜ ਹਨ, ਇਹ ਪੂਰੇ ਹੋਣਗੇ। ਦਰਬ ਸੰਗ ਪੁਨ ਦੀਨ ਮੁਕੰਦਾ। ਸਤਿਗੁਰੂ ਮਹਾਰਾਜ ਜੀ ਨੇ ਕੁਝ ਮਾਇਆ ਹੋਰ ਵੀ ਦਿੱਤੀ। ਲੈ ਗਮਨਿਓ ਉਰ ਧਾਰੇ ਆਨੰਦਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ ਲੈ ਕੇ ਉਹ ਸਾਰੀਆਂ ਵਸਤੂਆਂ ਭਾਈ ਮਰਦਾਨਾ ਸਾਹਿਬ ਚੱਲਦੇ ਹਨ। ਤਲਵੰਡੀ ਬੋ ਜਸ ਬਿਸਤਾਰਾ। ਔਰ ਤਲਵੰਡੀ ਦੇ ਅੰਦਰ ਜਾ ਕੇ ਭਾਈ ਮਰਦਾਨਾ ਸਾਹਿਬ ਜੀਆਂ ਨੇ ਨਗਰੀ ਦੇ ਅੰਦਰ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਜਸ ਗਾਇਆ ਹੈ। ਸਾਧ ਸੰਗਤ ਜੀਓ, ਐਸਾ ਨਹੀਂ ਸੀ ਵੀ ਮਹਾਰਾਜ ਜੀਆਂ ਦੇ ਕੋਲ ਸੌਜ ਸਮਗਰੀ ਦਾ ਘਾਟਾ ਸੀ। ਐਸਾ ਨਹੀਂ ਸੀ ਮਹਾਰਾਜ ਜੀਆਂ ਦੇ ਕੋਲੋਂ ਉਹ ਵਸਤੂਆਂ ਪੂਰੀਆਂ ਨਹੀਂ ਸਨ ਹੋਣੀਆਂ। ਉਹ ਤੇ ਆਪਣੇ ਸਿੱਖ ਭਾਈ ਮਨਸੁਖ ਨੂੰ ਕੋਲ ਬੁਲਾਉਣਾ ਸੀ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਤਾਂ ਇੱਕ ਬਹਾਨਾ ਬਣਾਉਣਾ ਸੀ ਭਾਈ ਭਗੀਰਥ ਨੂੰ ਵਿੱਚ ਪਾ ਕੇ। ਫਿਰ ਭਾਈ ਮਨਸੁਖ, ਇਹੋ ਭਾਈ ਮਨਸੁਖ ਜਦੋਂ ਰਾਜੇ ਸ਼ਿਵਨਾਭ ਕੋਲ ਜਾਂਦੇ ਨੇ, ਭਾਈ ਮਨਸੁਖ ਜੀਆਂ ਨੇ ਇਸ ਵੇਲੇ ਬਹੁਤ ਸਿੱਖੀ ਦਾ ਪ੍ਰਚਾਰ ਕੀਤਾ। ਭਾਈ ਭਗੀਰਥ ਜੀ ਦੇ ਰਾਹੀਂ ਭਾਈ ਮਨਸੁਖ ਨੂੰ ਕੋਲ ਬੁਲਾਉਣਾ ਸੀ ਨਾ ਨਗਰੀ ਦੇ ਅੰਦਰ, ਫਿਰ ਜਿੱਥੋਂ ਸਾਰੀ ਸਾਧੂ ਮੰਡਲੀ ਨੇ ਇਕੱਠੀ ਹੋਣਾ ਸੀ। ਸਤਿਗੁਰੂ ਮਹਾਰਾਜ ਜੀਆਂ ਤੋਂ ਸੋਚ ਸਮਗਰੀ ਲੈ ਕੇ ਭਾਈ ਮਰਦਾਨਾ ਸਾਹਿਬ ਜੀਆਂ ਨੇ ਘਰ ਜਾ ਕੇ ਕਾਰਜ ਸਾਰੇ ਸੰਪੰਨ ਕਰਕੇ ਮਹਾਰਾਜ ਜੀਆਂ ਦੇ ਬਹੁਤ ਤਾਤ ਵਿੱਚ ਜਸ ਗਾਇਨ ਕੀਤਾ। ਕਹੇ ਨਾ ਤਿੰਨ ਸਮ ਅਪਰੇ ਉਧਾਰਾ। ਤੇ ਨਗਰੀ ਦੇ ਅੰਦਰ ਜਾ ਕੇ ਮਹਾਰਾਜ ਜੀਆਂ ਦੇ ਗਾ ਕੇ ਜਸ
ਲੱਗੇ ਕਹਿਣ ਮਹਾਰਾਜ ਜੀਆਂ ਵਰਗਾ ਹਿਰਦਾ ਸਾਧ ਸੰਗ ਲੋਕੋ ਕਿਸੇ ਦਾ ਨਹੀਂ। ਇੰਨਾ ਵਿਸ਼ਾਲ ਹਿਰਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ। ਔਰ ਸੁਲਤਾਨੇ ਮਨ ਸੁਖ ਸੋ। ਔਰ ਨਗਰੀ ਦੇ ਅੰਦਰ ਸੁਲਤਾਨਪੁਰ ਦੇ ਮੁਬਾਰਕ ਸਥਾਨ ਤੇ ਭਾਈ ਮਨਸੁਖ ਜੀ ਟਿਕੇ ਹਨ। ਸ਼ਰਧਾ ਵਧੀ ਬਿਤੇ ਦਿਨ ਦੋ। ਔਰ ਹੌਲੀ ਹੌਲੀ ਇਸ ਪ੍ਰਕਾਰ ਭਾਈ ਮਨਸੁਖ ਜੀ ਦੀ ਸ਼ਰਧਾ ਮਹਾਰਾਜ ਜੀਆਂ ਉੱਪਰ ਵਧੀ। ਔਰ ਇਸ ਪ੍ਰਕਾਰ ਸਾਧ ਸੰਗਤ ਜੀਓ ਭਾਈ ਮਨਸੁਖ ਜੀਆਂ ਨੇ ਆਪਣਾ ਜੋ ਸਮਾਂ ਸੀ ਉਸ ਥਾਂ ਬਤੀਤ ਕੀਤਾ। ਔਰ ਜਿਹੜਾ ਉਪਦੇਸ਼ ਮਹਾਰਾਜ ਜੀਆਂ ਨੇ ਭਾਈ ਮਨਸੁਖ ਜੀ ਨੂੰ ਦਿੱਤਾ ਹੈ, ਆਪਣੇ ਪਿੜ ਪੱਲੇ ਬੰਨਿਆ ਮੈਂ ਪੱਲੇ ਬੱਧਾ ਛਿਕ ਜਿਉ ਮਾਂ ਵਾਕ ਅਨੁਸਾਰ। ਭਾਈ ਮਨਸੁਖ ਜੀਆਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਸੰਦੇਸ਼, ਸਿੱਖੀ, ਨਾਮ ਬਾਣੀ ਆਪਣੇ ਪਹਿਲਾਂ ਪਿੜ ਪੱਲੇ ਬੰਨੀ, ਫਿਰ ਦੂਰ ਦਰਾਡੇ ਤੱਕ ਪ੍ਰਚਾਰ ਕੀਤਾ। ਆਉਣ ਵਾਲੇ ਪ੍ਰਸੰਗਾਂ ਵਿੱਚ ਸਾਧ ਸੰਗਤ ਜੀਓ ਆਪਾਂ ਇਹ ਸਰਵਣ ਕਰਾਂਗੇ। ਹੁਕਮ ਹੋਇਆ ਸੀ ਸਤਿਕਾਰਯੋਗ ਗਿਆਨੀ ਹੈੱਡ ਗ੍ਰੰਥੀ ਗਿਆਨੀ ਪ੍ਰਿਤਪਾਲ ਸਿੰਘ ਜੀ ਦਾ ਆਪ ਸੰਗਤ ਦੇ ਦਰਸ਼ਨ ਦੀਦਾਰ ਕਰਨ ਦਾ। ਕੱਲ ਨੂੰ ਸਿੰਘ ਸਾਹਿਬ ਗਿਆਨੀ ਪ੍ਰਿਤਪਾਲ ਸਿੰਘ ਜੀ ਹੋਣਾ ਨੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਦੇ ਪਾਵਨ ਮੁਬਾਰਕ ਸਥਾਨ ਤੋਂ ਹਾਜ਼ਰੀ ਭਰਨੀ ਸੀ ਸਤਿਗੁਰੂ ਜੀ ਦੇ ਮੁਬਾਰਕ ਸਥਾਨ ਤੋਂ, ਤੇ ਇਸ ਕਰਕੇ ਉਹ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਸਥਾਨ ਤੇ ਗਏ ਹਨ। ਸੋ ਸਾਧ ਸੰਗਤ ਜੀ ਹਾਜ਼ਰੀ ਪ੍ਰਵਾਨ ਕਰਨੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸੀ। ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ। ਹੇ ਨਿਰਗੁਣ ਸਭ ਟੇਕ। ਹੇ